तू ही 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 प्यारी साध संगत जी, वाहिगुरू जी का खालसा वाहिगुरू जी की फतेह। प्रबंधक सज्जना ने बड़े उत्साह और उम्माह दे नाल ये प्रोग्राम लिखिया है। मेरे वीर जसपाल सिंह जी ने मैनू अमेरिका फ़ोन करके पूछया कि MS ब्लॉक हरीनगर वाले प्रोग्राम मंगते ने, सो साड़ी कोई कंडीशन तो होंदी नहीं है। मैं हाँ की सी, पर मैनू याद है कि असी अज तो 24-25 साल पहला असी इस गुरुद्वारे 2-3 दिन लगातार प्रोग्राम किया सी। ते जिस तरह प्रबंधकों ने प्यार दिखा के सानू प्यार नाल इत्थे समा बख्शिया, मैं उम्मीद करदा कि साडी कौम दा इस तरह ही निघार हो सकता है कि जे इस तरह प्रबंधक सच दे प्रचार वास्ते उद्यम करन अते सानू उत्साह देण, ताकि संगतां विच होर बाणी दी लटक लग सके अते बाणी दी पढ़न दी होर जागृति आए, ताकि बाणी नाल साडे घरां दा
ਸਾਡਾ ਇੰਡੀਵਿਜੂਅਲ ਦਾ ਜੀਵਨ ਸੰਵਰ ਸਕੇ। ਸੋ ਆਓ ਅਸੀਂ ਅੱਜ ਰਲ ਕੇ ਇੱਕ ਸ਼ਲੋਕ ਗਾਇਨ ਕਰਾਂਗੇ ਅਤੇ ਫਿਰ ਅਸੀਂ ਉਸ ਸ਼ਲੋਕ ਨੂੰ ਆਪਣੇ ਤੇ ਟੁਕਾ ਕੇ ਸਮਝਣ ਦਾ ਯਤਨ ਕਰਾਂਗੇ। ਆਪ ਜੀ ਸਾਰੇ ਸਾਡੇ ਨਾਲ ਰਲ ਕੇ ਗਾਇਨ ਕਰੋਗੇ ਅਤੇ ਉਸ ਤੋਂ ਬਾਅਦ ਅਸੀਂ ਉਸ ਦੀ ਵਿਚਾਰ ਸਾਂਝ ਕਰਾਂਗੇ। ਫਰੀਦਾ ਪਿੱਛਲ ਰਾਤ ਨਾ ਜਾਗਿਓ ਪਿੱਛਲ ਰਾਤ ਨਾ ਜਾਗਿਓ ਫਰੀਦਾ ਪਿੱਛਲ ਫਰੀਦਾ ਪਿੱਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਜੀਵੰਦੜੋ ਪਿੱਛਲ ਰਾਤ ਨਾ ਜਾਗਿਓ ਪਿੱਛਲ ਰਾਤ ਨਾ ਜਾਗਿਓ ਫਰੀਦਾ 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 ਪਿੱਛਲ ਰਾਤ ਨਾ ਜਾਗਿਓ ਪਿੱਛਲ ਰਾਤ ਨਾ ਜਾਗਿਓ
ਜੀਵੰਦੜੋ ਜੇਤੈ ਰੱਬ ਵਿਸਾਰਿਆ ਜੇਤੈ ਰੱਬ ਵਿਸਾਰਿਆ ਜੇਤੈ ਰੱਬ ਵਿਸਾਰਿਆ ਜੇਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਜੇਤੈ ਰੱਬ ਵਿਸਾਰਿਆ ਜੇਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਛਲਰਾ ਫਰੀਦਾ ਪਿਛਲਰਾ ਨਾ ਜਾਗਿਓ ਜੀਵੰਦੜੋ ਜੇਤੈ ਰੱਬ ਵਿਸਾਰਿਆ ਜੇਤੈ ਰੱਬ ਵਿਸਾਰਿਆ
रब विसारिया ता रब ना विसरियो ता रब ना विसरियो जे तै रब विसारिया जे तै रब विसारिया ता रब ना विसरियो ता रब ना विसरियो ता रब ना विसरियो ता रब ना विसरियो पिछल ना जागे फरीदा पिछल ना जागे जीवन दो मोयो जीवन दो ना जागे फरीदा जीवन दो फरीदा पिछल ना जागे प्यारी साध संगत जी, आप जी सारे बाणी पढ़ते हो। असी जदों भी किसी शब्द या श्लोक की सांझ करते हाँ तो असी पहला बाणी की बनतर की सांझ टूक मात्र जरूर करते हाँ। तो आप सब जानते हो कि ये फरीद जी का श्लोक है। गुरु ग्रंथ साहिब विच फरीद जी के करीबन 130 श्लोक हैं जिहड़े कि आखिर विच श्लोक शेख फरीद जी के नाम ते सिरलेख हेठां दर्ज हैं। फरीद जी के श्लोकों तो इलावा फरीद जी के शब्द भी गुरु ग्रंथ साहिब विच कुछ दर्ज हैं। जिस तरह कबीर जी के कुछ शब्द दर्ज हैं, इस तरह कबीर जी के भी 240-42 के करीब श्लोकों का सैट आखिर विच सांझ किया गया है। जदों तुसी वारां पढ़ते हो तां वारां दे विच जिहड़े श्लोक हुंदे ने ਉਹ वार दे सबजैक्ट दे नाल मिला के पढ़न दे नाल सानू वार दी ज़्यादा समझ आती है, पर अपने आप विच मजमून वार दी पौड़ी हुंदी है। वारां दे अंदर
ਮੇਨ ਤੱਤ ਸਮਝਣ ਦੀ ਗੱਲ ਹੁੰਦੀ ਹੈ ਪੌੜੀਆਂ। ਪੌੜੀਆਂ ਦੇ ਨਾਲ ਵਾਰਾਂ ਬਣਦੀਆਂ ਨੇ, ਲੇਕਿਨ ਵਾਰਾਂ ਦੇ ਨਾਲ ਜਿਹੜੇ ਸ਼ਲੋਕ ਦਰਜ ਨਹੀਂ ਕੀਤੇ ਗਏ, ਉਹਨਾਂ ਸ਼ਲੋਕਾਂ ਦਾ ਨਾਂ ਰੱਖਿਆ ਗਿਆ ਸ਼ਲੋਕ ਵਾਰਾਂ ਤੇ ਵਧੀਕ। ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਅੱਜ ਫਰੀਦ ਜੀ ਦੇ ਸ਼ਲੋਕ ਪੜ੍ਹ ਰਹੇ ਹਾਂ, ਫਰੀਦ ਜੀ ਦੇ ਸ਼ਲੋਕਾਂ ਵਾਂਗੂ, ਕਬੀਰ ਸਾਹਿਬ ਦੇ ਸ਼ਲੋਕਾਂ ਵਾਂਗੂ ਸ਼ਲੋਕ ਵਾਰਾਂ ਤੇ ਵਧੀਕ ਵੀ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਇੱਕ ਚੈਪਟਰ, ਇੱਕ ਦਾ ਟੌਪਿਕ ਦਾ ਨਾਂ ਰੱਖਿਆ ਗਿਆ ਸ਼ਲੋਕ ਵਾਰਾਂ ਤੇ ਵਧੀਕ। ਵਧੀਕ ਮਤਲਬ ਜਿਹੜੇ ਸ਼ਲੋਕ ਵਾਰਾਂ ਵਿੱਚ ਨਹੀਂ ਹਨ ਪਰ ਹੁਣੇ ਵਧੇ ਹੋਏ ਅਵੇਲੇਬਲ ਹਨ, ਉਹਨਾਂ ਸ਼ਲੋਕਾਂ ਨੂੰ ਉੱਥੇ ਸੈੱਟ ਕੀਤਾ ਗਿਆ। ਇਤਨੀ ਗੱਲ ਮੈਂ ਆਪ ਜੀ ਨਾਲ ਇਸ ਕਰਕੇ ਬੇਨਤੀ ਕੀਤੀ ਹੈ ਕਿ ਅਸੀਂ ਬਹੁਤ ਧੰਨਵਾਦੀ ਹਾਂ ਗੁਰੂ ਸਾਹਿਬ ਦੇ, ਜਿਨ੍ਹਾਂ ਨੇ ਬਾਣੀ ਨੂੰ ਇਤਨੇ ਢੰਗ ਨਾਲ, ਭਗਤਾਂ ਦੀ ਬਾਣੀ ਨੂੰ ਦੂਰ ਦੂਰ ਜਾ ਕੇ ਇਕੱਤਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਫਿਰ ਉਸ ਨੂੰ ਪੜ੍ਹਿਆ, ਕੋਖਿਆ ਅਤੇ ਆਪਣੀ ਬਾਣੀ ਦੇ ਨਾਲ ਉਸ ਨੂੰ ਟੌਪਿਕ ਬਣਾ ਕੇ ਸਾਡੇ ਵਾਸਤੇ ਦਰਜ ਕੀਤਾ। ਸਾਡੇ ਵਾਸਤੇ ਦਾ ਮਤਲਬ ਸਿਰਫ ਸਿੱਖਾਂ ਵਾਸਤੇ ਨਹੀਂ, ਸਾਰੀ ਇਨਸਾਨੀਅਤ ਜ਼ਾਤ ਵਾਸਤੇ, ਪੂਰੀ ਦੁਨੀਆ ਵਾਸਤੇ ਦਰਜ ਕੀਤਾ। ਇਤਨੀ ਜਿਹੜੀ ਮਿਹਨਤ ਕੀਤੀ ਗਈ, ਅਸੀਂ ਸਮਝਦੇ ਹਾਂ ਕਿ ਉਹ ਮਿਹਨਤ ਅਲਟੀਮੇਟਲੀ ਗੁਰੂ ਨਾਨਕ ਪਾਤਸ਼ਾਹ ਦੇ ਸੁਜਾਨ ਢੰਗ ਨੂੰ ਵਰਤ ਕੇ, ਵੈਰੀ ਸਮਾਰਟ ਟੈਕਨੀਕ ਯੂਜ਼ਡ ਬਾਈ ਗੁਰੂ ਨਾਨਕ, ਉਸੀ ਟੈਕਨੀਕ ਦੇ ਮੁਤਾਬਕ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਬਾਣੀ ਕੰਪਾਈਲ ਕਰਕੇ ਦਿੱਤੀ, ਬਾਣੀ ਦਾ ਸੰਕਲਨ ਕੀਤਾ, ਬਾਣੀ ਦਾ ਪੂਰਾ ਸਾਨੂੰ ਸੈੱਟ ਤਿਆਰ ਕਰਕੇ ਦਿੱਤਾ। ਹੁਣ ਸਾਡਾ ਅੱਗੇ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਸਮਝਿਆ ਕਰੀਏ। ਸਮਝਣ ਤੋਂ ਪਹਿਲਾਂ ਪੜ੍ਹਨੀ ਪਏਗੀ। ਜਦੋਂ ਅਸੀਂ ਪੜ੍ਹੀਏ ਔਰ ਸਮਝੀਏ ਨਾ, ਤਾਂ ਅਸੀਂ ਉਸ ਦਾ ਲਾਹਾ ਪ੍ਰਾਪਤ ਨਹੀਂ ਕਰ ਪਾ ਰਹੇ। ਉਹਨਾਂ ਦੀ ਕੀਤੀ ਮਿਹਨਤ, ਉਹ ਮਿਹਨਤ ਜ਼ਾਇਆ ਨਹੀਂ ਜਾ ਰਹੀ ਹੈ, ਪਰ ਉਹਨਾਂ ਦੀ ਕੀਤੀ ਮਿਹਨਤ ਦਾ ਮੈਂ ਫਾਇਦਾ ਨਹੀਂ ਚੁੱਕ ਪਾ ਰਿਹਾ। ਹੁਣ ਅਸੀਂ ਆਪਣੇ ਟੌਪਿਕ 'ਤੇ ਅੱਗੇ ਵਧਣ ਤੋਂ ਪਹਿਲਾਂ ਇਸ ਦੇ ਲਫ਼ਜ਼ੀ ਅਰਥ ਕਰ ਲੈਂਦੇ ਹਾਂ। ਲਫ਼ਜ਼ੀ ਅਰਥ ਇਹ ਮੰਨੇ ਜਾਂਦੇ ਨੇ ਜੋ ਅਸੀਂ ਬਾਣੀ ਪੜ੍ਹਦਿਆਂ ਆਪੇ ਸਮਝਦੇ ਰਹਿੰਦੇ ਹਾਂ, ਜਾਂ ਜੋ ਸਾਨੂੰ ਟੀਕੇ ਵਿੱਚ ਜਾਂ ਟਰਾਂਸਲੇਸ਼ਨਸ ਵਿੱਚ ਮਿਲਦੇ ਨੇ। ਉਹ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ, ਤੂੰ ਪਿਛਲੀ ਰਾਤ ਜਾਗਿਆ ਨਹੀਂ। ਇਹੀ ਅਸੀਂ ਸਮਝਦੇ ਹਾਂ। ਪਿਛਲ ਰਾਤ ਦਾ ਕਈਆਂ ਨੇ ਨਾਂ ਰੱਖਿਆ ਹੈ, ਤੂੰ ਰਾਤੀ 3 ਵਜੇ ਜਾਗਿਆ ਨਹੀਂ, ਜਾਂ 2 ਵਜੇ ਜਾਗਿਆ ਨਹੀਂ, ਜਾਂ 1 ਵਜੇ ਜਾਗਿਆ ਨਹੀਂ, ਜਾਂ ਕਈਆਂ ਨੇ ਕਿਹਾ 4 ਵਜੇ ਜਾਗਿਆ ਨਹੀਂ। ਉਹਨਾਂ ਨੇ ਇਹਦਾ ਨਾਂ ਪਿਛਲ ਰਾਤ ਰੱਖਿਆ ਹੋਇਆ। ਪਿਛਲ ਰਾਤ ਨਾ ਜਾਗਿਓ ਹੈ। ਜੀਵ ਅੰਦਰੋਂ ਮੋਏ ਹੋਏ, ਤੂੰ ਇੰਝ ਹੈ ਜਿਸ ਤਰ੍ਹਾਂ ਜੀ ਰਿਹਾ ਸੀ ਪਰ ਮਰਿਆ ਹੋਇਆ, ਪਰ ਤੂੰ ਜੀ ਨਹੀਂ ਰਿਹਾ। ਅਸੀਂ ਤੇ ਸਾਰੇ ਸਮਝ ਰਹੇ ਹਾਂ ਕਿ ਅਸੀਂ ਜਿੰਦੇ ਹਾਂ। ਅਸੀਂ ਇਹ ਵੀ ਸਮਝ ਰਹੇ ਹਾਂ ਕਿ ਸਾਡੇ ਸਾਹਮਣੇ ਕੋਵਿਡ ਦੇ ਕਰਕੇ ਕਿਤਨੇ ਸਾਡੇ ਸੱਜਣ ਮਿੱਤਰ ਦੇਖਦਿਆਂ ਕਿਤਨੀਆਂ ਖਬਰਾਂ, ਕਿਤਨੇ ਲੱਖਾਂ ਲੋਕੀ, ਕਿਤਨੇ ਮੇਰੇ ਜਾਣ ਪਛਾਣ ਵਾਲੇ ਆਸ-ਪਾਸ ਉਹ ਮਰ ਗਏ। ਮੈਂ ਤੇ ਜਿੰਦਾ ਹਾਂ। ਗੁਰੂ ਸਾਹਿਬ ਦੀ ਬਾਣੀ ਕਹਿ ਰਹੀ ਹੈ ਜੀਵੰਦੜੋ ਮੋਏ ਹੋਏ, ਤੇ ਅਸੀਂ ਖੁਦ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ, ਤੇ ਅੱਗੇ ਨਾਲ ਪੜ੍ਹਦੇ ਹਾਂ ਵਿਸਰੈ ਮਰ ਜਾਉ। ਮੈਨੂੰ ਵਿਸਰਿਆ ਹੋਇਆ ਔਰ ਮੈਂ ਮਰਿਆ ਵੀ ਨਹੀਂ। ਇਹਦਾ ਮਤਲਬ ਸਾਨੂੰ ਕੁਝ ਸਮਝਣ ਵਿੱਚ ਕਸਰ ਹੈ ਕਿ ਫਿਰ ਉਹ ਮੋਇਓ ਕੀ ਹੁੰਦਾ, ਵਿਸਰਿਆ ਮਰ ਜਾਉ ਕੀ ਹੁੰਦਾ। ਮੈਂ तो जिंदा, मेरी इंश्योरेंस हुई है, डॉक्टर ने मेरी नब्ज़ पकड़ के क्या तुमको अब कोविड कोई नहीं है, तुम्हारे को ऑक्सीजन पूरी आ रही है, हम तो जिंदे हैं, हम तो ठीक ठाक घर में रहते हैं, हमको तो कोई कोविड नहीं हुआ, हम तो मरे ही नहीं। तो विसरिया मर जाऊँ मैं तो नहीं होया, मैनू विसरदा भी है, मैं मरिया भी कोई नहीं हाँ, क्योंकि मैं मरिया दा मैं ना शरीरक समझदा हाँ, शरीरक समझदा सी। इस करके साफ साफ समझ आ रहा है मैनू गुरु साहब की गल समझ आई कोई नहीं, बिकॉज आई बिलीव आई एम अलाइव।
आई हैव हर्ड द न्यूज़ कि इन्ने ਲੱਖਾਂ ਲੋਕੀ मर गए, इतने ਲੱਖਾਂ ਲੋਕਾਂ ਨੂੰ ਕ੍ਰੀਮੇਸ਼ਨ ਵੇਲੇ ਸੰਸਕਾਰ ਕਰਨ ਦੀ ਜਗ੍ਹਾ ਨਹੀਂ ਮਿਲੀ। ਅਸੀਂ ਤੇ ਠੀਕ ਠਾਕ ਹਾਂ, ਅਸੀਂ ਤੇ ਕੋਈ ਨਹੀਂ ਮਰੇ। ਫਿਰ ਗੁਰੂ ਸਾਹਿਬ ਤੁਸੀਂ ਕਿਹਨੂੰ ਮਰਿਆ ਕਹਿੰਦੇ ਹੋ? ਗੁਰੂ ਸਾਹਿਬ ਕਹਿੰਦੇ ਨੇ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਅਜੀ ਭੁਪਿੰਦਰ ਸਿੰਘ ਜੀ, ਜਿਸ ਵੇਲੇ ਤੁਸੀਂ ਰੱਬ ਜੀ ਨੂੰ, ਸੱਚ ਨੂੰ, ਆਈਡੀਅਲਸ ਨੂੰ, ਚੰਗੇ ਗੁਣਾਂ ਨੂੰ ਵਿਸਾਰਦੇ ਹੋ ਨਾ, ਤੁਸੀਂ ਉਸੀ ਵੇਲੇ ਮਰ ਜਾਂਦੇ ਹੋ। ਆਕਸੀਜਨ ਲੈਵਲ ਤੁਹਾਡਾ ਠੀਕ ਹੁੰਦਾ ਹੈ, ਪਰ ਗੁਰੂ ਰੂਪੀ ਆਕਸੀਜਨ ਨੂੰ ਕੀ ਕਹਿੰਦੇ ਨੇ? ਗੁਰੂ ਰੂਪੀ ਆਕਸੀਜਨ ਨੂੰ ਪਵਨ ਗੁਰੂ ਕਹਿੰਦੇ ਨੇ। ਰੋਜ਼ ਜਪਜੀ 'ਚ ਪੜ੍ਹਦੇ ਹਾਂ। ਗੁਰੂ ਰੂਪੀ ਆਕਸੀਜਨ ਦਾ ਸਿਲੰਡਰ ਮੇਰੇ ਘਰ ਹੈ ਹੀ ਨਹੀਂ ਹੈ, ਪਰ ਜੇ ਮੈਂ ਸਮਝਾਂ ਤਾਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੇਰੇ ਕੋਲ ਹੈ। ਜਿੱਥੇ ਜਾਈਏ ਜਗਤ ਵਿੱਚ ਤਿੱਥੇ ਹਰ ਸਾਈਂ, ਜਿੱਥੇ ਜਾਓ ਸਿਲੰਡਰ ਨਾਲ ਹੈ। ਇਹ ਬਾਣੀ ਜੋ जियो जाना तिस अंतर रवै हरनामा। अजी तुम्हारे साथ तो सिलेंडर यहाँ पे फिट है, तुम काहे को डर रहे हो? सिलेंडर इज विद यू। ਤੁਸੀਂ ਕਿਉਂਕਿ ਤਾਂ ਡਰ ਰਹੇ ਹੋ ਕਿਉਂਕਿ ਤੁਸੀਂ ਸਰੀਰਕ ਡੈਥ ਤੋਂ ਡਰ ਰਹੇ ਹੋ, ਤੁਸੀਂ ਸਰੀਰਕ ਲੈਵਲ ਦੀਆਂ ਗੱਲਾਂ ਕਰ ਰਹੇ ਹੋ। ਭੁਪਿੰਦਰ ਸਿੰਘ ਜੀ, ਸਰੀਰਕ ਤਲ ਦੀਆਂ ਗੱਲਾਂ ਨਹੀਂ ਕਰਨੀਆਂ, ਤਾਂ ਗੱਲਾਂ ਗੁਰੂ ਸਾਹਿਬ ਦੀ ਬੋਲੀ ਦੀਆਂ ਸਮਝ ਆਉਣਗੀਆਂ। ਔਰ ਜਿਉਂ ਹੀ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਨਾ, ਤਾਂ ਉਹਨੂੰ ਕੀ ਕਹਿੰਦੇ ਨੇ? ਸੁਣਿਆ ਤੇ ਸਮਝ ਆ ਗਈ, ਮੰਨਿਆ। ਜੇ ਸਮਝ ਹੀ ਨਹੀਂ ਆਈ ਸੀ ਤਾਂ ਮੈਂ ਕੀ ਮੰਨਣਾ ਹੈ? ਸੁਣਿਆ, ਮੰਨਿਆ, ਮਨ ਕੀਤਾ ਪਾਓ। ਅੰਤਰਗਤ ਲੈ ਤੇਰੀ ਗਤੀ ਹੋ ਗਈ। ਯੂ ਵਿਲ ਬੀ ਫਿਕਸਡ ਅਪ ਫਰੋਮ ਇਨਸਾਈਡ, ਤੂੰ ਅੰਦਰੋਂ ਠੀਕ ਹੋ ਜਾਏਗਾ। ਅਸੀਂ ਅੰਦਰੋਂ ਨਹੀਂ ਨਾ ਠੀਕ, ਬਾਹਰੋਂ ਡਾਕਟਰ ਕਹਿੰਦਾ ਠੀਕ ਹੋ, ਅੰਦਰ ਤੇ ਮੇਰੇ ਕੋਵਿਡ ਹੈ ਨਾ। ਮੈਂ ਇਹ ਲੈਂਗੁਏਜ ਤਾਂ ਵਰਤ ਰਿਹਾ ਕਿਉਂਕਿ ਜਣੇ ਖਣੇ ਨੂੰ ਇਸ ਗੱਲ ਦੀ ਸਮਝ ਹੈ, ਔਰ ਅਸੀਂ ਸਾਰੇ ਦੇ ਤੋਂ ਡਰੇ ਵੀ ਹੋਏ ਹਾਂ, ਔਰ ਆਪਣੇ ਆਪ ਨੂੰ ਜਿੰਦਾ ਵੀ ਸਮਝ ਰਹੇ ਹਾਂ। ਬਾਣੀ ਨੂੰ ਬਾਣੀ 'ਚੋਂ ਸਮਝ ਕੇ ਅਸੀਂ ਅੱਗੇ ਟੁਰਨਾ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਕਿ ਸ਼ਲੋਕ ਵਾਰਾਂ ਤੇ ਵਧੀਕ ਸ਼ਲੋਕ ਕਬੀਰ ਜੀ ਦੇ, ਅਤੇ ਇਹਨਾਂ 'ਚੋਂ ਸ਼ਲੋਕ ਸ਼ੇਖ ਫਰੀਦ ਜੀ ਕੇ ਲੜੀਵਾਰ 130 ਸ਼ਲੋਕਾਂ 'ਚੋਂ ਅਸੀਂ ਸੰਗਤ ਵਿੱਚ ਪਿਛਲੇ 6, 7, 8 ਸਾਲਾਂ ਤੋਂ ਕਰੀਬਨ 50 ਸ਼ਲੋਕ ਸਾਂਝ ਕਰ ਚੁੱਕੇ ਹੋਏ ਹਾਂ। ਲੇਕਿਨ 15 ਅਗਸਤ ਜਿਹੜਾ ਪਿਛਲੇ ਸਾਲ ਬੀਤ ਗਿਆ, ਮੈਂ ਇੰਡੀਆ ਨਹੀਂ ਆ ਸਕਿਆ, ਅਤੇ ਅਸੀਂ ਇਸ ਸ਼ਲੋਕ ਉੱਤੇ ਸੈਮੀਨਾਰ ਕੀਤਾ ਸੀ ਔਨਲਾਈਨ। ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਏ ਹੋਏ। ਔਰ ਸੈਮੀਨਾਰ ਵਿੱਚ ਅਸੀਂ ਹੋਰ ਖੁੱਲ੍ਹ ਕੇ ਕਾਫੀ ਸਮਾਂ ਲੈ ਕੇ ਸਾਂਝ ਕਰਦੇ ਹਾਂ। ਮੈਂ ਧੰਨਵਾਦੀ ਹਾਂ ਕਿ ਪ੍ਰਬੰਧਕ ਸੱਜਣਾਂ ਨੇ ਸਾਨੂੰ 1.5 ਘੰਟਾ ਦਿੱਤਾ, ਅਤੇ ਗੁਰਦੁਆਰਿਆਂ ਦੇ ਸਿਸਟਮ ਵਿੱਚ ਘੰਟਾ ਜਾਂ 1.5 ਘੰਟਾ ਹੀ ਹੁੰਦਾ ਹੈ। ਸਾਡੇ ਵੇਲੇ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਸੀ ਤਾਂ ਪ੍ਰਚਲਿਤ ਸੀ ਕਿ ਰਾਗੀ ਸਿੰਘ ਜੀ 1 ਘੰਟਾ ਹੀ ਕਰਦੇ ਨੇ, ਔਰ 55 ਮਿੰਟ ਤੋਂ ਬਾਅਦ ਖ਼ਤਮ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਜੇ ਹੋਰ ਡਿਮਾਂਡ ਹੋਏ ਤਾਂ ਫਿਰ ਮਾਇਆ ਦੀ ਕੀਮਤ ਜ਼ਿਆਦਾ ਹੁੰਦੀ ਹੈ। ਲੇਕਿਨ ਜਦੋਂ ਅਸੀਂ ਸ਼ੁਰੂ ਕੀਤਾ, ਸਾਡਾ ਰਹਾਓ, ਬਾਣੀ ਦੀ ਬਣਤਰ, ਸਾਡਾ ਸੈਂਟਰਲ ਆਈਡੀਆ ਹੀ ਨਹੀਂ ਸੀ ਡਿਸਕਸ ਹੁੰਦਾ। ਇਸ ਕਰਕੇ ਅਸੀਂ ਪ੍ਰਬੰਧਕਾਂ ਨੂੰ ਕਹਿੰਦੇ ਸੀ ਅਸੀਂ 1.5 ਘੰਟਾ ਬੋਲਾਂਗੇ। ਸੋ ਇੱਕ ਨਵਾਂ ਰਿਵਾਜ਼ ਸ਼ੁਰੂ ਹੋਇਆ ਸੀ ਜਦੋਂ ਲਿਵਿੰਗ ਟ੍ਰੈਜਰ ਸ਼ੁਰੂ ਹੋਇਆ ਸੀ। ਲਓ ਜੀ, ਲਿਵਿੰਗ ਟ੍ਰੈਜਰ ਵਾਲੇ ਤਾਂ 1.5-2 ਘੰਟੇ ਤੋਂ ਪਹਿਲਾਂ ਭੋਗ ਹੀ ਨਹੀਂ ਪਾਉਂਦੇ। ਕਿਉਂ? ਕਿਉਂਕਿ ਅਸੀਂ ਗੁਰਦੁਆਰੇ ਬੈਠੇ ਹਾਂ, ਇੱਥੇ ਪੂਜਾ ਕਰਨ ਨਹੀਂ ਆਇਆ। ਗੁਰਦੁਆਰਾ ਇਜ਼ ਨਾਟ ਪਲੇਸ ਆਫ ਵਰਸ਼ਿਪ। ਗੁਰਦੁਆਰਾ ਉਹ ਜਗ੍ਹਾ ਨਹੀਂ ਜਿੱਥੇ ਰੱਬ ਵਸਦਾ ਹੈ। ਕਿਉਂ? ਮੈਂ ਇੰਝ ਕਿਉਂ ਬੋਲ ਦਿੱਤਾ? ਕਿਉਂਕਿ ਰੱਬ ਤੇ ਸਭ ਜਗ੍ਹਾ ਵਸਦਾ ਹੈ। ਹਾਂ, ਮੇਰੇ ਪਾਣੇ ਜਿਵੇਂ ਮੈਂ ਸਰੀਰਕ ਤਲ 'ਤੇ ਡੈਥ ਨੂੰ ਸਮਝਦੀ ਸੀ, ਉਸ ਤਰ੍ਹਾਂ ਹੀ ਮੇਰੇ ਪਾਣੇ ਰੱਬ ਬਾਹਰ ਨਹੀਂ ਵਸਦਾ, ਗੁਰਦੁਆਰੇ ਵਸਦਾ ਹੈ, ਤੀਰਥ 'ਤੇ ਵਸਦਾ ਹੈ, ਧਾਰਮਿਕ ਕਿਸੇ ਸਥਾਨ 'ਤੇ ਵਸਦਾ ਹੈ, ਕਿਸੇ 4 ਦੀਵਾਰਾਂ 'ਤੇ ਵਸਦਾ ਹੈ। ਇਸ ਕਰਕੇ ਮੈਂ ਕਹਿੰਦਾ ਗੁਰਦੁਆਰੇ ਖੜ੍ਹਾ ਜਿਵੇਂ ਝੂਠ ਬੋਲਾਂ, ਕਿਉਂਕਿ ਗੁਰਦੁਆਰੇ ਹੋਏ ਡਰ ਕੇ ਰੱਬ ਜੀ, ਬਾਹਰ ਤੇ ਡਰਨ ਦੀ ਲੋੜ ਹੀ ਨਹੀਂ ਹੈ। ਭੁਲੇਖੇ ਨੇ ਸਾਡੇ, ਕਿਉਂਕਿ ਅਸੀਂ ਰੱਬ ਬਾਰੇ ਕੁਝ ਗਲਤਫਹਿਮੀ ਲੈ ਕੇ ਬੈਠੇ ਹੋਏ ਹਾਂ।
ਜਿਉਂ-ਜਿਉਂ ਬਾਣੀ ਦੀ ਅਸੀਂ ਖੋਜ ਕਰਨੀ ਸ਼ੁਰੂ ਕਰਾਂਗੇ ਨਾ ਤਾਂ ਸਾਨੂੰ ਬਾਣੀ 'ਚੋਂ ਬਾਣੀ ਦਾ ਸਮਝਾਇਆ ਹੋਇਆ ਰੱਬ ਸਮਝ ਆਏਗਾ। ਜੇ ਅਸੀਂ ਇੱਕ ਓਂਕਾਰ ਸਮਝਦੇ ਹਾਂ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਇੱਕ ਰੱਬ ਹੈ। ਵੈਸੇ ਤਾਂ ਲੋਕਾਂ ਨੇ ਸਮਝਾਇਆ ਸੀ ਕੋਈ ਹਿੰਦੂਆਂ ਦਾ ਅਲੱਗ ਰੱਬ ਹੈ, ਮੁਸਲਮਾਨਾਂ ਦਾ ਅਲੱਗ ਰੱਬ ਹੈ, ਅੰਗਰੇਜ਼ਾਂ ਦਾ ਅਲੱਗ ਗੋਡ ਹੈ, ਐਂ ਸਮਝਾਇਆ ਸੀ ਨਾ। ਅੱਛਾ, ਜੇ ਅਸੀਂ ਸਮਝਿਆ ਕਿ ਇੱਕ ਰੱਬ ਹੈ ਤਾਂ ਅਸੀਂ ਉਹ ਸਮਝਾਇਆ ਉਹ ਉੱਤੇ ਰਹਿੰਦਾ ਹੈ। ਥੱਲੇ ਜ਼ੁਲਮ ਪਏ ਹੋਣ, ਥੱਲੇ ਲੋਕੀ ਬਿਮਾਰ ਪਏ ਹੋਣ, ਥੱਲੇ ਕੁਛ ਵੀ ਹੋਵੇ, ਥੱਲੇ ਕਿਸੇ ਇਸਤਰੀ ਦੀ ਪੱਤ ਲੁੱਟੀ ਜਾਏ, ਥੱਲੇ ਕੋਈ ਕਿਸੇ ਨੂੰ ਮਾਰ ਦੇਵੇ, ਕੋਈ ਮੈਜੋਰਿਟੀ ਮਿਨੋਰਿਟੀ ਨੂੰ ਮਾਰ ਦੇਵੇ, ਤਾਂ ਅਸੀਂ ਸੋਚਦੇ ਹਾਂ ਪਤਾ ਨਹੀਂ ਉਹ ਰੱਬ ਕਦੋਂ ਆਏਗਾ, ਪਤਾ ਨਹੀਂ ਕਿਹੜੇ ਅਸੀਂ ਉਹਦੇ ਮਾਂ ਪੁੱਟੇ ਨੇ। ਜਾਂ ਫਿਰ ਅਸੀਂ ਕਹਿੰਦੇ ਹਾਂ ਹਾਏ ਇੰਨਾ ਜ਼ੁਲਮ ਹੋ ਰਿਹਾ, ਰੱਬ ਕਦੋਂ ਸੁਣੇਗਾ। ਫਿਰ ਅਸੀਂ ਕਹਿੰਦੇ ਹਾਂ ਨਹੀਂ, ਜਦੋਂ ਜ਼ੁਲਮ ਹੁੰਦਾ ਤਾਂ ਅਚਾਨਕ ਫਿਰ ਇੱਕ ਐਸਾ ਐਕਸਟਰਾ ਆਰਡੀਨਰੀ ਪਰਸਨ ਆਉਂਦਾ ਜਿਹਦਾ ਨਾਂ ਅਵਤਾਰ ਰੱਖਿਆ ਜਾਂਦਾ ਅਤੇ ਰੱਬ ਅਵਤਾਰ ਲੈ ਲੈਂਦਾ ਅਤੇ ਉਹ ਜ਼ੁਲਮ ਕੱਟਦਾ। ਇਸ ਤਰੀਕੇ ਨਾਲ ਅਸੀਂ ਇੱਕ ਰੱਬ ਬਣਾਇਆ ਹੋਇਆ ਹੈ। ਤਾਂ ਹੀ ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕੀਤਾ ਕਿ ਰੱਬ ਦੇਖ ਰਿਹਾ ਕਿ ਤੁਸੀਂ ਸਾਰੇ ਬਹੁਤ ਮਾੜੇ ਕਰਮ ਕਰਦੇ ਹੋ, ਤਾਂ ਰੱਬ ਨੇ ਤੁਹਾਨੂੰ ਸਜ਼ਾ ਦੇਣ ਵਾਸਤੇ ਕੋਵਿਡ ਵਾਇਰਸ ਫੈਲਾਇਆ। ਐਸਾ ਗੁਰਮਤ ਕੋਈ ਰੱਬ ਨਹੀਂ ਮੰਨਦੀ ਹੈ। ਰੱਬ ਸਜ਼ਾ ਨਹੀਂ ਦਿੰਦਾ। ਅਸੀਂ ਜਦੋਂ 1996-97 'ਚ ਜਦੋਂ ਇਹ ਸ਼ਬਦ ਟੀ ਸੀਰੀਜ਼ 'ਤੇ ਰਿਕਾਰਡ ਹੋਇਆ ਤਾਂ ਅਸੀਂ ਸਾਂਝ ਕੀਤੀ ਸੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸਜਣ ਸੁਆਮੀ ਸੰਮਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਉਹ ਕਦੇ ਨਾ ਕੌੜਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਸਾਰੇ ਸਿੱਖ ਜਗਤ 'ਚ ਆਬਜੈਕਸ਼ਨ ਹੋਣ ਲੱਗ ਪਿਆ ਵੀ ਇਹ ਲਿਵਿੰਗ ਟ੍ਰੈਜਰ ਵਾਲੇ, ਇਹ ਭੁਪਿੰਦਰ ਸਿੰਘ ਜੀ ਇਹ ਕੀ ਕਹਿ ਰਹੇ ਨੇ ਕਿ ਰੱਬ ਸਜ਼ਾ ਨਹੀਂ ਦਿੰਦਾ। ਅਸੀਂ ਤਾਂ ਹਜ਼ਾਰਾਂ ਸਾਲਾਂ ਤੋਂ ਸੁਣ ਰਹੇ ਹਾਂ, ਤੁਸੀਂ ਜੋ ਗਲਤੀਆਂ ਕਰ ਰਹੇ ਹੋ ਰੱਬ ਲੇਖਾ ਲਿਖ ਰਿਹਾ ਹੈ। ਮਰੋਗੇ ਨਾ ਉੱਤੇ ਜਦੋਂ ਜਾਓਗੇ, ਲੇਖੇ ਮੁਤਾਬਕ ਜੰਮ ਤੁਹਾਨੂੰ ਘਸੀਟ ਕੇ ਲਿਜਾਣਗੇ ਔਰ ਉੱਥੇ ਤੁਹਾਨੂੰ ਨਰਕਾਂ ਸੁੱਟਣਗੇ ਔਰ ਉੱਥੇ ਤੁਹਾਨੂੰ ਸਜ਼ਾ ਮਿਲੇਗੀ। ਅਸੀਂ ਇਹੀ ਸੁਣਿਆ ਹੋਇਆ। ਬਾਣੀ ਕਹਿ ਰਹੀ ਹੈ ਅਵਗੁਣ ਕੋ ਨਾ ਚਿਤਾਰਦਾ। ਇਹ ਗੱਲਾਂ ਸਾਨੂੰ ਰਿਪੀਟ ਕਰਨੀਆਂ ਪੈ ਰਹੀਆਂ ਲੱਖਾਂ ਵਾਰੀ। ਬਾਣੀ ਕਹਿ ਰਹੀ ਹੈ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਕਦੇ ਵੀ ਮੰਮੀ ਪਾਪਾ ਆਪਣੇ ਬੱਚੇ ਨੂੰ ਤੰਗ ਨਹੀਂ ਕਰਦੇ ਨੇ, ਸਜ਼ਾ ਨਹੀਂ ਦਿੰਦੇ ਨੇ। ਅਸੀਂ ਦੁਨਿਆਵੀ ਮੰਮੀ ਪਾਪਾ ਜੇ ਸਜ਼ਾ ਦਿੰਦੇ ਆ ਉਹ ਸਾਡਾ ਸੁਭਾਅ ਗਲਤ ਹੈ। ਪਰ ਰੱਬ ਜੀ ਹਰ ਜੀ ਮਾਤਾ, ਹਰ ਜੀ ਪਿਤਾ ਨੇ ਤਾਂ ਉਹਦੇ ਬਾਰੇ ਕਹਿੰਦੇ ਨੇ ਅਵਗੁਣ ਕੋ ਨਾ ਚਿਤਾਰਦਾ। ਗੱਲ ਛੇਤੀ ਲਾਇਕ, ਅਵਗੁਣ ਕੋ ਨਾ ਚਿਤਾਰਦਾ, ਮਾਫ ਕਰ ਦਿੰਦੇ ਨੇ। ਮਾਫ ਕਰਨ ਦਾ ਮਤਲਬ ਹੁੰਦਾ ਗੋਡ ਆਲਵੇਜ਼ ਫੋਰਗਿਵਸ ਯੂ। ਰੱਬ ਖੜਾ ਹੋ ਕੇ ਵਿਹਲਾ ਹੋ ਕੇ ਤੁਹਾਡੇ ਬਾਰੇ ਲੇਖਾ ਨਹੀਂ ਬਣਾਉਂਦਾ ਰਹਿੰਦਾ। ਰੱਬ ਤੁਹਾਡੀਆਂ ਗਲਤੀਆਂ ਨੋਟ ਨਹੀਂ ਕਰਦਾ ਰਹਿੰਦਾ। ਸਾਨੂੰ ਲੱਗਦਾ ਹੈ ਉਹ ਨੋਟ ਕਰਦਾ ਰਹਿੰਦਾ ਕਿਉਂਕਿ ਮੇਰੀ ਆਦਤ ਹੈ, ਮੈਂ ਆਪਣੀ ਵੋਟੀ ਦੀਆਂ ਗਲਤੀਆਂ ਨੋਟ ਕਰਦਾ ਰਹਿੰਦਾ, ਮੇਰੀ ਵੋਟੀ ਮੇਰੀਆਂ ਗਲਤੀਆਂ ਨੋਟ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਸਾਰਿਆਂ ਦੀ ਗਲਤੀਆਂ ਨੋਟ ਕਰਦੇ ਰਹਿੰਦੇ ਹਾਂ। ਬੱਚੇ ਮੰਮੀ ਪਾਪਾ ਦੀ ਗਲਤੀ ਨੋਟ ਕਰਦੇ ਰਹਿੰਦੇ ਨੇ, ਤੁਮ ਵੀ ਤਾਂ ਐਸੇ ਹੀ ਕਰਤੇ ਹੋ ਪਾਪਾ, मम्मी आप भी तो कहते थे ऐसे करते हो। कहा असी नोट करते रहते हैं, असी ऐसे वाला रब बनाया होया तो सज़ा भी दिंदा वाला बनाया होया। गुरबाणी का जो तक रब ही नहीं असी सिक्ख्या, रब ही नहीं असी समझा, गुरबाणी केड़ा रब समझा रही है सारी दुनिया नूं। सारी दुनिया विच कुदरत दा एक खरा सच्चा नियम चल रहा है, उन्होंने द लॉज ऑफ नेचर कहते हैं। द लॉज ऑफ नेचर इज़ द विल ऑफ गॉड। वो किसी नाल वितकरा नहीं करता है। बारिश आएगी, हिंदू मुसलमान सिख ईसाई सब दे कोठियां ते आएगी, अमीर गरीब दे कोठे ते भी पेगी। जे धुप चढ़ेगी तो सारिਆਂ वास्ते चढ़ेगी। ये नहीं है धुप गरीबां दे कोठे ते नहीं आती, इंज नहीं है। क्योंकि बाणी अंदर समझाया कि रब की नज़र अमीर गरीब कोई होंदा ही नहीं, रब अमीर गरीब पैदा ही नहीं करता।
जो तक ये गल्लां असीं सिखांगे नहीं, समझांगे नहीं, सानू बाणी समझ नहीं आएगी। जे बाणी समझ नहीं आएगी, अपने किस्म दा एक रब बनाया होया और उस रब दे बारे असीं इस तरह कहंदे रहिंदे आ, देखदा पिया ही इंच। ते जदों अपना माड़ा काम करना होवे तां कबूतर वांगू, जिस तरह बिल्ली नूं देख के कबूतर अखां बंद कर लैंदा, उस वेले कोई नहीं देखता पिया। कैसी मतलब अपनी मर्जी दे नाल शट ऑन शट ऑफ। आपे ही रब नूं हाज़र नाज़र कहंदे आ और आपे ही फिर आपे ही कहंदे गुरुद्वारे अंदर रब रहिंदा है। अच्छा, जो गुरुद्वारे अंदर रब रहिंदा है तो गुरुद्वारे दे अंदर प्रबंधक भाई साहब जी नूं ओए भाई होए क्यों कहंदे? बई गुरुद्वारे अंदर रब जी रहिंदे ने, डर के रहिए बई। भाई साहब जी नाल, सेवादार जी नाल, इत्थे सेवा करन वालियां नाल मंदे बोल हो ही जाते हैं। इत्थे दे प्रबंधक नहीं करते होने, गल वखरी है, पर वर्ल्ड वाइड प्रबंधक बॉस, भाई साहब जी छोटा जिहा नौकर। क्यों? रब जी नहीं इत्थे जी। ये गल हासों ही नहीं लगती है, लेकिन समझण वास्ते मैं बड़ी पहला सांझ की सी कि बंदा स्कूटर चला रहा सी, स्कूटर चलांदा चलांदा उन्हें सज्जा हाथ दे दिता ताकि पिछले वाले नूं पता लग जाए मैं सज्जे मुड़ना है। अगे जाके वो सज्जे मुड़न की बजाय खब्बे मुड़ गया। जो ही खब्बे मुड़िया कार नाल टक्कर हो गई। कार वाला कहंदा तुसी भाई साहब जी सज्जे पासे हाथ दिता सी तां सज्जे मुड़ना सी ना, मैं तुहाडे इधरों कार कढ रहा सी। कहंदा मैं इंज हवा च इंज काटा भी तो मार दिता सी कि इत्थे नहीं मुड़ना। आपे ही रब है और काटा मार दो नहीं भी है। रब कैसे वाला असी बना के बैठे हुए हाँ, जैसे वाला बना के बैठे हुए हाँ, वैसे वाला साडा किरदार बन गया है। इस करके असी 10 वस्तु ले पाछे पावे, एक बस कारण बिखोट गवावे। सुखमनी साहब तो बड़े आराम नाल चूम चूम के जल्दी जल्दी पढ़ लेंदे आ। 10 वस्तु ले पाछे पावे, एक बस कारण बिखोट गवावे, एक भी ना दे 10 वीर ले तो मुड़ा क्यों का करे। असी कहने आ ये असी, क्योंकि मम्मी पापा बच्चे नूं कहंदे आ चॉकलेट ले दी है ना, टॉय ले दिया ना, ज़्यादा रोला नहीं पा, नहीं तो ये भी छीन लेंगे। ऐसे ही मम्मी पापा ना असी ते ऐसा ही अपने वाला सुभाव रब जी ते थोपिया होया है ना। असी जो रब जी ते ऐसे वाला सुभाव थोपिया होया है, इस करके असी इसके ये अर्थ करते हैं 10 चीज़ां लै चुका है, एक चीज़ नहीं मिली है तो तू उहदे वास्ते जिद्दां करना है। तो रब एक भी ना दे 10 वीर ले, जे 10 भी तेरे कोल खो लेगा फिर उही मम्मी पापा वाला सुभाव वाला रब बनाया ना। द वे वी थिंक वी इम्पोज ऑन गॉड। द वे वी थिंक उस तरीके का रब असी बना के पेश किया है। बाणी असी पढ़ नहीं रहे हैं, समझ नहीं रहे हैं, गा रहे हैं, बिल्कुल समझ नहीं रहे हैं, पढ़ रहे हैं। जदों समझ आती जाती है ना तां फिर खेड बदल जाती है। तां पता की खेड बदल जाती है, साडा जीवन बदलना शुरू होता है। जे जीवन साडा नहीं बदलिया तां सानू निंदा करनी पसंद आती है, निंदा सुननी बहुत चंगी लगती है। जे साडा जीवन नहीं बनिया तां फिर असी दुनियावी हर किस्म दे ईरखा, नफरत, बैकबाइटिंग इस तरीके दे सारे काम करी जाते हैं। जो सारे काम करी जाते हैं ना, इन्हां दा मतलब है मैं अंदरों खेड़े विच नहीं हाँ, मैं अंदरों विगास विच नहीं हाँ, मैं अंदरों दुखी हाँ। सो लफ्जी अर्थ कर रहा सी मैं, ते मैं किधरे होर टुर गया, मनु खिमा करना। लफ्जी अर्थ ने पिछल रात ना जागे जीवन दड़ों मोए, जे तै रब विसारिया, जे तू रब नूं विसारिया, रब ना विसरो, रब तैनूं देखदा पिया ही। ऐसे वाला सी रब बना के इस शब्द श्लोक दे अर्थ समझदे सी। पर हुण असी समझना है कि जे तै रब विसारिया तां रब ना विसरियो की होंदा है। लेकिन पहला सानू पिछल रात ते समझना पेगा ना। बाणी दे मुताबक पिछल रात दा मतलब हुंदा, रात दा मतलब हुंदा रैण। रैण दा मतलब तुसी आपे बाणी पढ़नी है,
आपे बाणी चों घर जाके अर्थ लभने ने। भुपिंदर सिंह कहता है नहीं, इस मुताबक नहीं, आप बाणी पढ़नी है, आप बाणी चो खोजना है। प्राणी तू आयो लाहा लैन, लगा कित कुफकड़े सब मुकदी चली रैन। सब मुकदी का की मतलब होता है? रैन मतलब जिंदगी, नॉट ओनली नाइट, नॉट ओनली सो कार्ड रात। ਅੰਮ੍ਰਿਤ ਵੇਲੇ ਉੱਠਦੇ ਹੋ ਮੁਬਾਰਕ ਹੈ, ਪਰ ਇੰਜ ਨਹੀਂ ਹੈ ਕਿ ਰੱਬ ਜੀ ਅੰਮ੍ਰਿਤ ਵੇਲੇ ਖਾਸ ਤੌਰ ਤੇ ਤਿਆਰ ਹੋ ਕੇ ਆਉਂਦੇ ਨੇ, ਬਾਕੀ ਉਸ ਤੋਂ ਬਾਅਦ ਨਹੀਂ ਮਿਲਦੇ ਨੇ। 24 ਘੰਟੇ ਰੱਬ ਜੀ ਹਰ ਵੇਲੇ ਕੁਦਰਤ ਕਰਕੇ ਵਸਿਆ ਸੋਏ। ਸੋ ਅਸੀਂ ਜਿਉਂ-ਜਿਉਂ ਇਸ ਤਰੀਕੇ ਦੇ ਨਾਲ ਸਿੱਖਦੇ ਜਾਵਾਂਗੇ, ਸਮਝਦੇ ਜਾਵਾਂਗੇ, ਤਾਂ ਬਾਣੀ 'ਚੋਂ ਬਾਣੀ ਦੇ ਅਰਥ ਲੱਭਾਂਗੇ। ਪਿਛਲ ਰਾਤ ਦਾ ਮਤਲਬ ਹੁੰਦਾ ਹੈ ਮੇਰੀ ਹੁਣ ਤੱਕ ਦੀ ਬੀਤੀ ਹੋਈ ਜ਼ਿੰਦਗੀ। ਪਿਛਲ ਰਾਤ, ਹੁਣ ਤੋਂ ਪਿਛਲਾ ਬੀਤਿਆ ਹੋਇਆ ਸਮਾਂ। ਜਿਸ ਦਿਨ ਮੈਂ ਆਪਣੀ ਮਾਂ ਦੇ ਪੇਟ ਤੋਂ ਜਨਮ ਲੈ ਕੇ ਪੈਦਾ ਹੋਇਆ ਸੀ, ਫਰਜ਼ ਕਰੋ ਮੇਰੀ ਅੱਜ ਉਮਰ 60 70 80 ਸਾਲ ਹੈ, ਜੋ ਵੀ ਹੈ, ਤਾਂ ਜਿਸ ਦਿਨ ਮੈਂ ਪੈਦਾ ਹੋਇਆ ਸੀ ਤਾਂ ਤੋਂ ਲੈ ਕੇ ਅੱਜ ਤੱਕ ਜੋ ਮੇਰਾ ਸਮਾਂ ਬੀਤਿਆ ਉਹਨੂੰ ਪੂਰਬਲੇ ਕਰਮ ਕਹਿੰਦੇ ਨੇ। ਮਾਂ ਦੇ ਪੇਟ ਦੇ ਗਰਭ 'ਚੋਂ ਜਨਮ ਲੈਣ ਤੋਂ ਪਹਿਲੇ ਦੀ ਕੋਈ ਗੱਲ ਨਹੀਂ ਚੱਲ ਰਹੀ, ਪਿਛਲੇ 100 ਕਾਢ ਜਨਮ ਦੀ ਕੋਈ ਗੱਲ ਨਹੀਂ ਚੱਲ ਰਹੀ। ਇਹ ਗੱਲਾਂ ਸਾਨੂੰ ਰਿਪੀਟ ਕਰਨੀਆਂ ਪੈਂਦੀਆਂ, ਪਰ ਜਿਉਂ-ਜਿਉਂ ਜਿਤਨੀ ਵਾਰੀ ਅਸੀਂ ਰਿਪੀਟ ਕਰਦੇ ਹਾਂ ਸਾਨੂੰ ਹੋਰ ਦ੍ਰਿੜ ਹੋਵੇ ਔਰ ਬਾਣੀ ਹੋਰ ਖੋਜ ਕੇ ਸਮਝਣ ਦਾ ਲਟਕ ਲੱਗੇ, ਸਾਡੇ ਅੰਦਰ ਹੁਬ ਜਾਗੇ, ਇਸ ਕਰਕੇ ਅਸੀਂ ਸਾਂਝ ਕਰਦੇ ਹਾਂ। ਹੋ ਸਕਦਾ ਤੁਹਾਡੇ 'ਚੋਂ ਕਈਆਂ ਨੇ ਬੜੀ ਵਾਰੀ YouTube 'ਤੇ TV 'ਤੇ ਪ੍ਰੋਗਰਾਮ ਦੇਖਿਆ, ਰੋਜ਼ ਸਵੇਰੇ 11:30 ਵਜੇ ਏਕ ਓਂਕਾਰ 'ਤੇ ਵੀ ਸਾਡਾ ਪ੍ਰੋਗਰਾਮ ਹੁੰਦਾ, TV ਤੇ ਚਰੋਕਣਾ ਆ ਰਿਹਾ, ਟੇਪਾਂ ਚੱਲ ਰਹੀਆਂ, ਸਭ ਕੁਝ ਹੋ ਰਿਹਾ, ਲੇਕਿਨ ਅੱਜ ਦੇ ਪ੍ਰੋਗਰਾਮ ਅੰਦਰ ਇੱਕ ਵੀ ਸੱਜਣ ਨੂੰ, ਭਾਵੇਂ ਵਰਲਡ ਵਾਈਡ YouTube 'ਤੇ ਜਾਂ Zoom 'ਤੇ ਜਾ ਰਿਹਾ ਹੋਵੇ, ਲੇਕਿਨ ਇੱਕ ਵੀ ਬੰਦੇ ਨੂੰ ਜੇ ਅੱਜ ਇਹ ਸ਼ੌਂਕ ਚੜ੍ਹ ਗਿਆ ਨਾ ਮੈਂ ਗੁਰਬਾਣੀ ਦਾ ਰੱਬ ਸਮਝਣਾ ਹੈ, ਤਾਂ ਫਿਰ ਜਾਗ ਪਵੇਗਾ। ਸਤਿਗੁਰ ਜਾਗਤਾ ਹੈ ਦਿਓ, ਰੱਬ ਜੀ ਸੌਂਦੇ ਨਹੀਂ ਨੇ, ਮੈਂ ਸੌਂਦਾ ਹਾਂ। ਅਸੀਂ ਸਾਰੀ ਇਹ ਸ੍ਰਿਸ਼ਟੀ ਦਾ ਰਾਜਾ ਕਿਹਨੂੰ ਮੰਨਦੇ ਹਾਂ? ਸਾਰੀ ਸ੍ਰਿਸ਼ਟੀ ਦਾ ਕਰਤਾ ਰੱਬ ਜੀ ਮੰਨਦੇ ਹਾਂ ਨਾ, ਤਾਂ ਸਾਰੀ ਸ੍ਰਿਸ਼ਟੀ ਦਾ ਕਰਤਾ ਰੱਬ ਜੀ ਨੇ, ਤਾਂ ਸਾਰੀ ਸ੍ਰਿਸ਼ਟੀ ਦੇ ਰਾਜਾ ਰੱਬ ਜੀ ਨੇ। ਸੌਖਾ ਹੋ ਗਿਆ। ਅੱਛਾ, ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਰੱਬ ਜੀ ਨੇ, ਤਾਂ ਜਦੋਂ ਅਸੀਂ ਸ੍ਰਿਸ਼ਟੀ ਦਾ ਮੈਨਾ, ਇਹ ਸਾਰੀ ਦੁਨੀਆ ਜਿਤਨੀ ਯੂਨੀਵਰਸ ਬਣੀ ਹੋਈ ਹੈ, ਜੇ ਇਹਦਾ ਨਾਂ ਅਸੀਂ ਸ੍ਰਿਸ਼ਟੀ ਰੱਖਿਆ, ਤਾਂ ਸਾਡੇ ਸਾਹਮਣੇ ਸ਼ਬਦ ਆਏਗਾ। ਸ਼ਬਦ ਸਾਡੇ ਸਾਹਮਣੇ ਆ ਕੇ ਕਹੇਗਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਫਿਰ ਮੈਨੂੰ ਸਮਝਣਾ ਪਏਗਾ ਸਾਰੀ ਸ੍ਰਿਸ਼ਟੀ ਦਾ ਰਾਜਾ ਰੱਬ ਜੀ ਜਾਂ ਕਿਹੜੀ ਸ੍ਰਿਸ਼ਟੀ ਤੇ ਕਿਹੜਾ ਰਾਜਾ? ਤਾਂ ਫਿਰ ਧਿਆਨ ਆਪਣੇ ਵੱਲ ਪੈ ਜਾਏਗਾ। ਮੇਰਾ ਮਨ ਮੇਰੇ ਤਨ ਦਾ ਰਾਜਾ ਹੈ। ਮੇਰੇ ਅੰਦਰ ਜਿਹੜੀ ਹਰ ਵੇਲੇ ਸੋਚਣੀ ਚਲਦੀ ਰਹਿੰਦੀ ਹੈ, ਮੈਂ ਆਪਣੇ ਅੰਦਰ ਦਾ ਇੱਕ ਸੰਸਾਰ ਬਣਾਇਆ ਹੋਇਆ ਹੈ, ਮੈਂ ਆਪਣੇ ਅੰਦਰ ਦਾ ਇੱਕ ਜੱਗ ਬਣਾਇਆ ਹੋਇਆ ਹੈ। ਹਰ ਕਿਸੇ ਦਾ ਆਪਣਾ ਇੱਕ ਦੁਨੀਆ ਹੁੰਦੀ ਹੈ। ਕਿਹੜੀ ਦੁਨੀਆ 'ਚ ਗੁਆਚਿਆ ਹੋਇਆ ਕਹਿੰਦੇ ਆ ਨਾ, ਇਹਦਾ ਮਤਲਬ ਅਸੀਂ ਜਿਸ ਖਿਆਲਾਂ ਵਿੱਚ ਹੁੰਦੇ ਹਾਂ, ਸਾਡੀ ਉਹ ਵਾਲੀ ਦੁਨੀਆ ਵਿੱਚ ਰਹਿੰਦੇ ਹਾਂ। ਆਪਣੇ ਅੰਦਰ ਮੇਰੇ ਇੱਕ ਸ੍ਰਿਸ਼ਟੀ ਬਣੀ ਹੋਈ ਹੈ, ਇੱਕ ਸ੍ਰਿਸ਼ਟੀ ਮੈਂ ਵਸਾਈ ਹੋਈ ਹੈ, ਇੱਕ ਸ੍ਰਿਸ਼ਟੀ ਮੈਂ ਆਪਣੀ ਕ੍ਰੀਏਟ ਕੀਤੀ ਹੋਈ ਹੈ। ਉਸ ਸ੍ਰਿਸ਼ਟੀ ਦਾ ਰਾਜਾ ਮੇਰਾ ਮਨ ਹੈ, ਉਹਨੂੰ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜੇ ਸਗਲ ਸ੍ਰਿਸ਼ਟ ਬਾਹਰ ਵਾਲੀ ਹੁੰਦੀ ਤਾਂ ਅਸੀਂ ਕੀ ਕਹਿ ਰਹੇ ਹਾਂ? ਰੱਬ ਜੀ ਦੁਖੀ ਬੈਠੇ ਹੋਏ ਨੇ। ਅੱਛਾ, ਜੇ ਰੱਬ ਜੀ ਦੁਖੀ ਬੈਠੇ ਹੋਏ ਨੇ ਤਾਂ ਅਸੀਂ ਰੱਬ ਜੀ ਨੂੰ ਕਹਿ ਰਹੇ ਹਾਂ ਹਰ ਕਾ ਨਾਮ ਜਪਤ ਹੋਏ ਸੁਖੀਆ, ਆਪਣਾ ਨਾਮ ਲੈ ਲਓ ਔਰ ਸੁਖੀ ਹੋ ਜਾਓ। ਇਹਦਾ ਮਤਲਬ ਕਿਸੇ ਹੋਰ ਨੂੰ ਕਹਿ ਰਹੇ ਨੇ। ਉਹ ਹੋਰ ਕੌਣ ਹੈ? ਮੇਰਾ ਮਨ।
ਸਾਡਾ ਸਾਰੀ ਬੋਡੀ ਤੇ ਸਭ ਦਾ ਮਨ ਰਾਜ ਕਰਦਾ ਹੈ। ਮੰਮੀ ਬੋਲ ਰਹੀ ਹੈ ਬੇਟਾ दूध पी लो, बच्चा कहता मेरा मन नहीं कर रहा। बेटा घर की सब्जी खा लो, नहीं मेरा मन कर रहा है बाहर से गंदी बनी हुई होटल से मंगानी है। मेरा मन वो खाने को कर रहा है, तुम जो किया तोरी बना रहे हो नहीं खाना। मन राजा है, साडा मन नहीं मनता, साडा मन राजा है। ये गल पहला क्लीयर कर लिए, मेरा मन मेरी बॉडी दा राजा है, मेरा मन मेरी बॉडी दा खसम है, मेरा मन मेरी बॉडी दा मालक है, मेरा मन मेरी बॉडी दा साईं है, मेरा मन मेरी बॉडी दा साहिब है, मेरा मन मेरी बॉडी दा कंत है। जे इंज बाणी पढ़नी शुरू की ना कि किहदी गल चल रही है, तो सारा ध्यान जिथे लफ्ज आएंगे ना आप 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 आप, उत्थे सारा आप जदों मन बना के पढ़ना शुरू करांगे ना फिर खेड बदलनी शुरू हो जाएगी। सो जे असीं दुखी हाँ तो दुखी की निशानी है मैं क्रोध करांगा, दुखी की निशानी है मैं नफरत करांगा, दुखी की निशानी है मैं दूसरिਆਂ ਨਾਲ कंपेयर करांगा, दूसरिਆਂ ਨੂੰ देख देख के सड़ांगा। मेरी ये सारी मेरे दुखी होने ਦੀਆਂ निशानियां ने। सगल सृष्टि को राजा दुखिया, ते दुखिया मैं हाँ क्यों? हर का नाम जपो तो सुखिया, मैं दुखी हाँ। मैं अपने पति ਨੂੰ कह रही हाँ ਤੁਸੀਂ ਤੁਹਾਡੇ ਕੋਲ ਸਕੂਟਰ ਵੀ ਨਹੀਂ ਹੈ, ਲੋਕਾਂ ਨੇ ਕਾਰਾਂ ਮਕਾਨ ਬਣਾ ਲਏ, ਤੁਹਾਡੇ ਨਾਲ ਮੇਰੇ ਕਰਮ ਪਤਾ ਨਹੀਂ ਕਿਹੜੇ ਜ਼ਿੰਦਗੀ ਦੇ ਸੜ ਗਏ ਜੋ ਤੁਹਾਡੇ ਨਾਲ ਵਿਆਹ ਹੋਇਆ। ਪਤੀ ਪਤਨੀ ਨੂੰ ਕਹਿ ਰਿਹਾ, ਪਤਨੀ ਉਹਨੂੰ ਕਹਿ ਰਹੀ ਹੈ। ਇਹ ਲਫ਼ਜ਼ ਮੈਂ ਬਹੁਤ ਵਾਰੀ ਰਿਪੀਟ ਕੀਤੇ ਨੇ, ਮੈਨੂੰ ਖਿਮਾ ਕਰਨਾ, ਮੈਨੂੰ ਐਗਜ਼ਾਮਪਲ ਨਹੀਂ ਬਣ ਪਾ ਰਹੇ ਨੇ। ਅਲਟੀਮੇਟਲੀ ਅਸੀਂ ਇੱਕ ਧਿਆਨ ਕੀਤਾ, ਕਿੱਥੇ ਧਿਆਨ ਕੀਤਾ? मैं इत्थे प्रेजेंट नहीं हाँ, मेरी सुरत जेड़े पासे गई, जेड़े पासे मेरी सुरत गई ना, जिस दिन असी ये सैमीनार किया सी उस दिन उसका नाम रखा सी डिवाइन मैकेनिज्म ऑफ ह्यूमन बॉडी, शरीर की रूहानियत वाली काड़त। वो की है, असी सारे मनुख नहीं हाँ, असी सारे शरीर नहीं हाँ, असी सारे पता की हाँ मन करके सुरत हाँ। मेरी सुरत जेड़े पासे गई है, जिस बंदे दी सुरत नहीं है वो अज असी उन्होंने कहते हैं वो बैड ते पे ने, बेसुरत पे ने। उन्हां दी बेटी बड़ी दूरों ब्याह के वापस मम्मी नूं मिलन आई या पापा नूं या दादा दादी नूं मिलन आई, उन्हां नूं सुरत नहीं है, उन्होंने देख के पछाण नहीं सी पा रहे। साडे नाल कोई गल कह रहा है तो वो दोबारा कह रहा, जरा दोबारा सुनाई, मेरा ध्यान किधरे होर चला गया सी। ध्यान नूं सुरत कहंदे ने, ध्यान किधरे होर चला गया सी। कोई बंदा मैनू मिलिया, मैं उन्होंने कहा तुहानू मैं मिलिया, मैं तुहानू सत श्री अकाल बुलाई, तुसी जवाब नहीं दिता। कहंदा कदों? मैं क्या दोपहरी तुहानू बाजार जदों मैं तुहाडे अगों लंघ के गया। कहंदा हो अच्छा तुसी मेरे अगों लंघ के गए होवोगे, सत श्री अकाल बुलाई होएगी, पर मैं तुहानू देखा नहीं। मैं क्या तुसी मैंने देखा, मेरे नाल आई कॉन्टैक्ट? कहंदा नहीं, मेरा ध्यान किधरे होर चला गया सी। जदों ध्यान किधरे होर चला जाता है तो सुनाई नहीं देंदा, जदों ध्यान किधरे होर चला जाता है इन्हां अखां दे नाल दिस के भी नहीं दिसदा। दैन वी आर ब्लाइंड। इंज असी सारे सुरत हाँ, जे सुरत नहीं तब मोए दी न्याई हाँ। आई विश कि मैं सिंपल कर पाया, आई विश कि मैं उन्होंने कॉमन मैन दी लैंग्वेज समझ पा रहा हाँ कि असी सारे सुरत हाँ। सानू कहते ने काहे जी करें चतुराई, काहे जी करें चतुराई, काहे जी करें चतुराई। लेवे
काहे जी करे चतुराई, काहे जी करे चतुराई। ਜਦੋਂ ਵੀ ਕੋਈ ਢੰਗ ਦੀ, ਸੱਚ ਦੀ, ਚੱਜ ਵਾਲੀ ਕੀਮਤੀ ਗੱਲ ਹੁੰਦੀ ਹੈ, ਉਹ ਗੱਲ ਮੇਰੇ 'ਤੇ ਅਪਲਾਈ ਕਰਕੇ ਮੈਨੂੰ ਸੁਧਾਰਨ ਵਾਸਤੇ ਹੁੰਦੀ ਹੈ। ਮੈਂ ਸੁਧਰਨਾ ਚਾਹੁੰਦਾ ਨਹੀਂ, ਤਾਂ ਪਤਾ ਕੀ ਹੁੰਦਾ, ਇਹਨੂੰ ਚਤਰਾਈ ਕਹਿੰਦੇ ਨੇ। ਮੈਂ ਸੁਣਦਾ ਹੀ ਨਹੀਂ, ਤੁਸੀਂ ਪਏ ਬੋਲੋ, ਤੁਸੀਂ ਪਏ ਕਹੋ, ਮੈਨੂੰ ਦਿਸਦਾ ਹੀ ਨਹੀਂ, ਤੁਸੀਂ ਪਏ ਮੇਰੇ ਸਾਹਮਣੇ ਦੁਖੀ ਹੋਵੋ। ਆਈ ਡੋਂਟ ਸੀ। ਜਦੋਂ ਮੈਂ ਦੇਖਦਾ ਹੋਇਆ ਵੀ ਨਹੀਂ ਦੇਖਦਾ, ਜਦੋਂ ਮੈਂ ਕੰਨ ਹੁੰਦਿਆਂ ਹੋਇਆ ਵੀ ਨਹੀਂ ਸੁਣਦਾ, ਮੇਰੀ ਇਸ ਅਵਸਥਾ ਨੂੰ ਮਾਇਆ ਤਾਰੀ ਕਹਿੰਦੇ ਨੇ। ਪੈਸੇ ਵਾਲੇ ਨੂੰ ਮਾਇਆ ਤਾਰੀ ਨਹੀਂ ਕਹਿੰਦੇ ਨੇ। ਮੈਨੂੰ ਦਿਸ ਨਹੀਂ ਰਿਹਾ, ਮੈਨੂੰ ਸੁਣਾਈ ਨਹੀਂ ਦੇ ਰਿਹਾ, ਮੈਂ ਸੱਚ ਬੋਲਦਾ ਨਹੀਂ। ਮਾਇਆ ਤਾਰੀ ਅੱਤ ਅੰਨਾ ਬੋਲਾ। ਪੈਸੇ ਵਾਲੇ ਰਿਚਮੈਨ ਨੂੰ ਨਹੀਂ ਕਹਿ ਰਹੇ ਨੇ, ਜਿਨ੍ਹਾਂ ਕੋਲ ਪੈਸੇ ਨਹੀਂ ਨੇ ਉਹ ਵੀ ਮਾਇਆ ਤਾਰੀ ਅੱਤ ਅੰਨਾ ਬੋਲਾ ਹੋ ਸਕਦਾ। ਮਾਇਆ ਤਾਰੀ ਦਾ ਮਤਲਬ ਹੈ ਮੇਰੀ ਚਤਰਾਈ ਹੈ, ਮੈਂ ਸੱਚ ਸੁਣਨਾ ਨਹੀਂ ਚਾਹੁੰਦਾ। ਹੁੰਦਾ ਕੀ ਹੈ, ਸਾਡੇ ਨਾਲ ਕੀ ਵਾਪਰਦਾ? ਕਾਹੇ ਜੀ ਕਰੈ ਚਤੁਰਾਈ, ਕਾਹੇ ਜੀ ਕਰੈ ਚਤੁਰਾਈ। ਲੈਵੈ ਦੇਵੈ, ਲੈਵੈ ਢਿਲ ਨਾ ਪਾਈ। ਏਕਾ ਸੁਰਤ ਜੇਤੇ ਹੈ ਜੀ, ਏਕਾ ਸੁਰਤ ਜੇਤੇ ਹੈ ਜੀ। ਸੁਰਤ ਵਿਹੂਣਾ ਕੋਇ ਨਾ ਕੀ, ਸੁਰਤ ਵਿਹੂਣਾ ਕੋਇ ਨਾ ਕੀ। ਜਿਹੀ ਸੁਰਤ ਤੇ ਹਾਥਿਨ ਰਾਹ, ਜਿਹੀ ਸੁਰਤ ਤੇ ਹਾਥਿਨ ਰਾਹ। ਲੇਖਾ ਏਕੋ ਆਵੋ ਜਾਓ, ਲੇਖਾ ਏਕੋ ਆਵੋ ਜਾਓ। ਕਾਹੇ ਜੀ ਕਰੈ ਚਤੁਰਾਈ, ਕਾਹੇ ਜੀ ਕਰੈ ਚਤੁਰਾਈ। ਲੈਵੈ ਦੇਵੈ, ਲੈਵੈ ਦੇਵੈ ਢਿਲ ਨਾ ਪਾਈ। ਕਾਹੇ ਜੀ ਕਰੈ ਚਤੁਰਾਈ, ਕਾਹੇ ਜੀ ਕਰੈ ਚਤੁਰਾਈ। ਸੋ ਮੇਰੀ ਇਹ ਚਤਰਾਈ ਹੈ। ਚਤਰਾਈ ਨਾਲ ਮੈਂ ਕੀ ਕੀਤਾ? ਸੁਰਤ ਨੂੰ ਐਬਸੈਂਟ ਕੀਤਾ। ਮੈਂ ਦੇਖ ਕੇ ਵੀ ਨਹੀਂ ਸਮਝਦਾ, ਮੈਂ ਦੇਖ ਕੇ ਵੀ ਨਹੀਂ ਸਮਝਦਾ ਆਪਣੀ ਪਤਨੀ ਨੂੰ ਦੁਖੀ ਕਰਦਾ ਜਾਂ ਆਪਣੀ ਸੱਸ ਨੂੰ ਦੁਖੀ ਕਰਦੀ ਹਾਂ, ਜਾਂ ਮੈਂ ਆਪਣੇ ਪਤੀ ਨੂੰ ਦੁਖੀ ਕਰਦੀ ਹਾਂ, ਜਾਂ ਮੈਂ ਕਿਸੇ ਨੂੰ ਵੀ ਦੁਖੀ ਕਰਦਾ ਹਾਂ। ਮੈਂ ਦੇਖ ਕੇ ਵੀ ਦੂਸਰਿਆਂ ਦਾ ਦੁੱਖ ਨਹੀਂ ਸਮਝਦਾ। ਜਦੋਂ ਅਸੀਂ ਮਾਇਆਤਾਰੀ ਹੋ ਗਏ, ਸਾਡੀ ਸੁਰਤ ਗਈ, ਤਾਂ ਗੁਰੂ ਸਾਹਿਬ ਕਹਿ ਰਹੇ ਨੇ ਏਕਾ ਸੁਰਤ ਜੇਤੇ ਹੈ ਜੀ। ਸਾਰਿਆਂ ਕੋਲ ਸੁਰਤ ਵਾਲਾ ਜਿਹੜਾ ਚਿਪ ਹੈ ਨਾ, ਸਾਰਿਆਂ ਦੀ ਬਾਡੀ ਅੰਦਰ ਹੈ ਵੇ, ਪਰ ਉਸ ਸੁਰਤ ਨੂੰ ਜੇ ਯੂਜ਼ ਨਾ ਕਰੋ, ਸਾਰਿਆਂ ਦੇ ਉੱਤੇ ਇੱਕ ਨਿਯਮ ਲਾਗੂ ਹੋ ਰਿਹਾ ਹੈ। ਜਿੱਥੇ ਤੇਰੀ ਸੁਰਤ ਹੈ ਨਾ, ਤੂੰ ਉੱਥੇ ਗਿਆ ਹੋਇਆ ਹੈ। ਯੂ ਆਰ ਨਾਟ ਪ੍ਰੈਜ਼ੈਂਟ ਹੀਅਰ। ਜਦੋਂ ਸਹੁਰੇ ਘਰ ਵਿੱਚ ਸੱਸ ਸਾਹਮਣੇ ਬੈਠੀ ਹੈ, ਸਹੁਰਾ ਸਾਹਮਣੇ ਬੈਠਾ ਹੈ, ਪਤੀ ਰੋਟੀ ਮੰਗ ਰਿਹਾ ਹੈ, ਨੂੰਹ ਰੋਟੀ ਪਕਾ ਰਹੀ ਹੈ, ਪਰ ਧਿਆਨ ਇਹਦਾ ਪੇਕੇ ਚਲਾ ਗਿਆ। ਪੇਕੇ ਮਾੜੇ ਨਹੀਂ ਹੁੰਦੇ ਨੇ, ਪਰ ਧਿਆਨ ਪੇਕੇ ਚਲਾ ਗਿਆ।
ਜਦੋਂ ਧਿਆਨ ਪੇਕੇ ਚਲਾ ਗਿਆ, ਫੁਲਕਾ ਸੜ ਗਿਆ, ਸਬਜ਼ੀ ਦੇਣੀ ਭੁੱਲ ਗਈ ਹੈ, ਅੰਦਰ ਲੱਭ ਰਹੇ ਕੁਛ ਜਾਂ ਸੋਚ ਰਹੀ ਹੈ ਜਲਦੀ ਖਾ ਲੈਣ, ਕਿਉਂਕਿ ਧਿਆਨ ਮੇਰਾ ਪੇਕੇ ਚਲਾ ਗਿਆ, ਇੱਥੇ ਸਾਰੀ ਡਿਸਟਰਬੈਂਸ ਹੋ ਜਾਏਗੀ ਨਾ। ਤਾਂ ਫਿਰ ਉਹ ਜਾ ਕਹੇਗੀ ਫੁਲਕਾ ਹੋਰ ਲੈਣਾ, ਕਿਉਂ ਵੀ ਜਲਦੀ ਕਰੋ ਨਾ, ਜਲਦੀ ਮੁਕਾਓ, ਕਿਉਂਕਿ ਧਿਆਨ ਮੇਰਾ ਕਿਧਰੇ ਹੋਰ ਚਲਾ ਗਿਆ। ਧਿਆਨ ਜਦੋਂ ਸਾਡਾ ਕਿਧਰੇ ਹੋਰ ਚਲਾ ਜਾਂਦਾ ਹੈ, ਸਾਡੇ ਕੋਲ ਜਿਹੜਾ ਮਨੁੱਖ ਬੈਠਾ ਹੈ, ਅਸੀਂ ਉਹਦੇ ਵਾਸਤੇ ਐਬਸੈਂਟ ਹੁੰਦੇ ਹਾਂ। ਸੁਰਤ ਵੀ ਹੋਣਾ, ਸੁਰਤ ਐਬਸੈਂਟ, ਬਗੈਰ ਸੁਰਤ ਤੋਂ ਕੋਈ ਨਾ ਕੀ, ਕੋਈ ਕਿਸੇ ਜੋਗਾ ਨਹੀਂ। ਅਸੀਂ ਬਿਨਾਂ ਸੁਰਤ ਦੇ ਜਦੋਂ ਹੋਏ ਤਾਂ ਮਰ ਗਏ, ਐਜ਼ ਇਫ ਵੀ ਆਰ ਨਾਟ ਪ੍ਰੈਜ਼ੈਂਟ। ਕਿਉਂ? ਕਿਉਂਕਿ ਜਦੋਂ ਕਹਿੰਦੇ ਬਿਰਹਾ ਬਿਰਹਾ ਆਖੇ ਬਿਰਹਾ ਤੂੰ ਸੁਲਤਾਨ ਨਾਨਕ, ਜਿਤਨ ਬਿਰੋ ਨਾ ਵਿਸਰੈ, ਜਿਤਨ ਬਿਰੋ ਨਾ ਉਪਜੈ, ਸੋ ਤਨ ਜਾਣ ਮਸਾਣ। ਅਸੀਂ ਡੈਡ ਬਾਡੀ ਹਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਸੌਖਾ ਰੋਜ਼ ਪੜ੍ਹ ਰਹੇ ਸੀ, ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਹੈ ਨਾ, ਵਿਸਰੈ ਮਰ ਜਾਉ। ਅਤੇ ਮੈਂ ਜਿਨ੍ਹਾਂ ਨੂੰ ਪਾਠ ਕਰਦਿਆਂ ਸੁਣਿਆ, ਉਹ ਪਾਠ ਕਰਦੇ ਜਾ ਰਹੇ ਸਨ, ਆਖਾਂ ਜੀਵਾਂ ਵਿਸਰੈ। ਸਾਹਮਣੇ ਤੋਂ ਕੁੱਤਾ ਆ ਗਿਆ, ਉਹਨਾਂ ਨੇ ਵੱਟਾ ਚੁੱਕਿਆ, ਵਿਸਰੈ ਮਰ ਜਾਓ, ਕੁੱਤੇ ਨੂੰ ਵੱਟਾ ਵੀ ਮਾਰਿਆ ਉਹਨਾਂ ਨੇ, ਪਰ ਉਹ ਪੜ੍ਹ ਰਹੇ ਸੀ ਆਖਾਂ ਜੀਵਾਂ ਵਿਸਰੈ ਮਰ ਜਾਉ। ਇਸ ਤਰ੍ਹਾਂ ਐਕਸ਼ਨਸ। ਸੁਰਤ ਵੀ ਹੋਣਾ, ਕੋਈ ਨਾ ਕੀ, ਜਿਹੀ ਸੁਰਤ ਤੇਹਾ ਤਿਨ ਰਾਹ। ਜਿਸ ਪਾਸੇ ਸਾਡੀ ਸੁਰਤ ਹੁੰਦੀ ਹੈ, ਵੈਸੇ ਵਾਲਾ ਰਾਹ ਅਸੀਂ ਅਡੋਪਟ ਕਰਦੇ ਹਾਂ। ਸਾਧ ਸੰਗਤ ਜੀ, ਮੈਂ ਸਿਰਫ ਤੁਹਾਡੇ ਨਾਲ ਬਾਣੀ ਦੀ ਗੱਲ ਕਰ ਰਿਹਾ, ਸਿਰਫ ਅਤੇ ਸਿਰਫ ਬਾਣੀ ਦੀ ਗੱਲ ਕਰ ਰਿਹਾ। ਮੈਂ ਕੋਈ ਤੁਹਾਨੂੰ ਸੂਰਜ ਪ੍ਰਕਾਸ਼ ਦੀ ਸਾਖੀਆਂ ਨਹੀਂ ਸੁਣਾ ਰਿਹਾ, ਜਿਹਦਾ ਨਾਂ ਸਾਖੀਆਂ ਰੱਖਿਆ ਹੈ। ਮੈਂ ਤੁਹਾਨੂੰ ਉਹ ਇਤਿਹਾਸ ਨਹੀਂ ਸੁਣਾ ਰਿਹਾ। ਮੈਂ ਗੱਲ ਜਿਹੜੀ ਕਰ ਰਿਹਾ ਵਾਂ, ਉਹ ਗੱਲ ਮੈਂ ਆਪਣੇ ਵੱਲੋਂ ਨਹੀਂ ਕਰ ਰਿਹਾ, ਬਾਣੀ 'ਚੋਂ ਸਮਝਣ ਦਾ ਯਤਨ ਕਰ ਰਿਹਾ। ਬਾਣੀ ਕਹਿ ਰਹੀ ਹੈ, ਜੈਸੀ ਜੀ ਜਿਸ ਪਾਸੇ ਸੂਰਤ ਹੋਏਗੀ, ਉਹ ਉਸੇ ਪਾਸੇ ਜਾਏਗਾ। ਕੱਲ੍ਹ ਮੈਂ ਉੱਥੋਂ ਲਿਵਿੰਗ ਟ੍ਰੈਜਰ ਦੇ ਆਫਿਸ ਤੋਂ ਲੰਘ ਰਿਹਾ ਸੀ, ਅਤੇ ਉੱਥੇ ਇੰਨਾ ਸਾਰਾ ਟ੍ਰੈਫਿਕ ਜੈਮ, ਭੀੜ, ਅਤੇ ਉਹ ਤਿਲਕ ਨਗਰ ਕ੍ਰੋਸਿੰਗ ਤੋਂ ਸੱਜੇ ਪਾਸੇ ਮੁੜਿਆ, ਅਤੇ ਮੈਂ ਉਹ ਪੁੱਛਿਆ ਕੀ ਹੋਇਆ, ਤਾਂ ਮੈਂ ਕਹਿੰਦਾ ਵੀਰ ਜੀ ਇੱਥੋਂ ਨਹੀਂ ਜਾ ਸਕਦੇ, ਨਹੀਂ ਲੰਘ ਸਕਦੇ। ਮੈਂ ਕਿਉਂ? ਇੰਨੀ ਭੀੜ ਹੈ। ਉਹ ਇੰਨੀ ਭੀੜ ਸੀ ਜਿਵੇਂ ਸ਼ਾਇਦ ਕੋਈ ਮਰ ਗਿਆ, ਲੇਕਿਨ ਪਤਾ ਲੱਗਾ ਇਹ ਸਾਰਿਆਂ ਨੇ ਭੀੜ ਲਾਈ ਹੋਈ, ਲਾਈਨ ਲਾਈ ਹੋਈ ਹੈ ਸ਼ਰਾਬ ਦੀ ਦੁਕਾਨ ਅੱਗੇ। ਤਾਂ ਉਹ ਜਰਾ ਇੱਕ ਇੱਕ ਬੰਦੇ ਨੂੰ ਅੰਦਰ ਜਾਣਦੇ ਸੀ, ਪਤਾ ਨਹੀਂ ਮਿਲੇ ਨਾ ਮਿਲੇ, ਸੁਰਤ ਕਿੱਧਰ ਗਈ ਹੋਈ ਹੈ? ਸ਼ਰਾਬ ਵੱਲ। ਜਿਹੀ ਸੁਰਤ ਤੇਹਾ ਤਿਨ ਰਾਹ, ਸੁਰਤ ਵਿੱਚ ਸ਼ਰਾਬ ਚੱਲ ਰਹੀ ਹੈ, ਅਤੇ ਉਸੀ ਰਾਹ 'ਤੇ ਜਾ ਰਹੇ ਹਾਂ। ਉਹ ਦੁਕਾਨ ਲੱਭ ਗਈ, ਅਸੀਂ ਉਸ ਦੁਕਾਨ ਤੋਂ ਲੱਭਿਆ। ਸਾਡੀ ਸੁਰਤ ਸ਼ਰਾਬ ਵਿੱਚ ਨਹੀਂ ਹੋਏਗੀ, ਤਾਂ ਫਿਰ ਸਾਡਾ ਉਸ ਦੁਕਾਨ 'ਤੇ ਇੰਟਰਸਟ ਨਹੀਂ ਹੋਏਗਾ। ਮੇਰੀ ਸੁਰਤ ਸੋਨੇ ਵਾਲੇ 'ਤੇ ਹੈ, ਤਾਂ ਮੈਂ ਧਿਆਨ ਰੱਖ ਰਿਹਾ ਸੋਨੇ ਦੀ ਦੁਕਾਨ 'ਤੇ। ਸੁਰਤ ਕਿਹਦੀ ਕਿੱਥੇ ਹੁੰਦੀ ਹੈ, ਇਹਦੇ 'ਤੇ ਡਿਪੈਂਡ ਕਰਦਾ ਹੈ। ਪਤੀ ਕਹਿ ਰਿਹਾ ਪਤਨੀ ਨੂੰ ਫੋਨ ਕਰਕੇ, ਸੁਣ ਤੈਨੂੰ ਪਤਾ ਮੈਂ ਕਿੱਥੇ ਖੜਾ? ਕਹਿੰਦੀ ਹਾਂ। ਕਹਿੰਦਾ ਉਹ ਸੁਨਿਆਰੇ ਦੁਕਾਨ 'ਤੇ ਜਿੱਥੇ ਪਿਛਲੇ ਹਫਤੇ ਤੂੰ ਕਿਹਾ ਸੀ ਨਾ ਕਿ ਮੈਨੂੰ ਇਹ ਵਾਲਾ ਹਾਰ ਚਾਹੀਦਾ, ਮੈਂ ਉੱਥੇ ਖੜੀ। ਕਹਿੰਦੀ ਅੱਛਾ ਫਿਰ ਮੈਂ ਆਉਂਦੀ ਹਾਂ। ਕਹਿੰਦਾ ਨਹੀਂ, ਮੈਂ ਉੱਥੇ ਖੜਾ, ਮੈਂ ਪਰਸ ਭੁੱਲ ਗਿਆ, ਤੂੰ ਆਪਣਾ ਪਰਸ ਮੈਨੂੰ ਮੇਰਾ ਉੱਥੋਂ ਕੱਢ ਕੇ ਇੱਥੇ ਦੇ ਜਾ। ਲੈ, ਉਹਦੀ ਸੁਰਤ ਸੁਨਿਆਰੇ ਦੇ ਅੰਦਰ ਹੀ ਵੜ ਗਈ ਸੀ। ਸੁਣਨ ਸਾਰ ਸਾਡੀ ਜਿਸ ਪਾਸੇ ਸੁਰਤ ਹੁੰਦੀ ਹੈ, ਅਸੀਂ ਉੱਧਰ ਜਾਂਦੇ ਹਾਂ। ਅਤੇ ਜੇ ਸੁਰਤ ਇੱਥੇ ਪ੍ਰੈਜ਼ੈਂਟ ਨਹੀਂ ਹੈ, ਇੱਥੇ ਮੈਂ ਮੋਇਆ ਹੋਇਆ ਹਾਂ। ਇਹ ਬਿਲਕੁਲ ਦੁਨੀਆ ਦੀ ਸਾਈਕੋਲੋਜੀ ਹੈ, ਸਾਰੀ ਦੁਨੀਆ ਵਾਸਤੇ ਹੈ। ਇਸ ਤਰ੍ਹਾਂ ਸਾਡਾ ਲੇਖਾ ਚੱਲਦਾ ਹੈ, ਔਰ ਉਸ ਲੇਖੇ ਮੁਤਾਬਕ ਅਸੀਂ ਪਲ ਪਲ ਜੰਮਦੇ ਮਰਦੇ ਹਾਂ। ਸੋ ਜਦੋਂ ਅਸੀਂ ਜੰਮਦੇ ਮਰਦੇ ਹਾਂ, ਸੁਰਤ ਕਰਕੇ ਮੈਂ ਐਬਸੈਂਟ ਹਾਂ। ਜਦੋਂ ਮੈਂ ਸੁਰਤ ਕਰਕੇ ਐਬਸੈਂਟ ਹਾਂ, ਇਹਨੂੰ ਕਹਿੰਦੇ ਨੇ ਨਰ ਅਚੇਤ, ਬੇਹੋਸ਼ ਹਾਂ। ਮੈਂ ਹੋਸ਼ ਵਿੱਚ ਨਹੀਂ ਹਾਂ, ਮੈਂ ਸੁਰਤ ਵਿੱਚ ਨਹੀਂ ਹਾਂ। ਨਰ ਅਚੇਤ, ਪਾਪ ਤੇ ਡਰ। ਮੈਨੂੰ ਈਵਲਸ ਦੇ ਬਾਰੇ ਸਮਝ ਹੀ ਨਹੀਂ ਆਉਂਦੀ, ਮੈਂ ਕਿਉਂ ਡਰਾਂ? ਮੈਂ ਈਵਲਸ ਤੇ ਕਰਦਾ ਹਾਂ, ਕਿਉਂਕਿ ਮੈਂ ਚਤਰਾਈ ਵਿੱਚ ਹਾਂ। ਕਾਹੇ ਜੀ ਕਰੇ ਚਤਰਾਈ। ਸੋ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਤਾਂ ਅਸੀਂ ਸਹੀ ਮਾਇਨੇ 'ਚ ਗੁਰਮਤਿ ਵੱਲੋਂ ਜਿਹੜਾ ਰੱਬ ਸਮਝਾਇਆ ਗਿਆ ਸੀ, ਉਹ ਤਾਂ ਸਮਝਿਆ ਨਹੀਂ। ਉਹ ਤਾਂ ਅਸੀਂ ਅਸਮਾਨ 'ਤੇ ਇੱਕ ਰੱਬ ਬਣਾ ਲਿਆ, ਜਾਂ ਕੋਈ ਤੀਰਥਾਂ 'ਤੇ ਧਾਰਮਿਕ ਸਥਾਨ 'ਤੇ ਬਣਾ ਲਿਆ। ਉਹਦੇ ਬਾਰੇ ਅਵਤਾਰ ਵਾਲੀਆਂ ਕਹਾਣੀਆਂ, ਸਟੋਰੀਆਂ ਸੁਣ ਲਈਆਂ। ਉਹ ਕਦੇ ਦਰਸ਼ਨ ਦਿੰਦਾ ਇਸ ਤਰ੍ਹਾਂ ਸਮਝ ਲਿਆ, ਅਤੇ ਜਿਹੜੇ ਉਹ ਦਰਸ਼ਨ ਕਿਸੇ ਨੂੰ ਦਿੰਦਾ, ਉਹਨੂੰ ਜੈਸੀ ਫੋਟੋ ਸਮਝ ਆਈ ਸੀ ਵੈਸੀ ਗੱਲੇ ਵਿੱਚ ਲਟਕਾ ਲਈ। ਗੱਲ ਮੈਂ ਪਾਹਨ ਲੈ ਲਟਕਾਵੈ, ਘਰ ਮੈਂ ਠਾਕੁਰ ਨਦਰ ਨਾ ਆਵੈ। ਅੰਦਰ ਵਾਲਾ ਰੱਬ ਸਮਝ ਨਹੀਂ ਆਇਆ।
ਅੰਦਰ ਵਾਲਾ ਰੱਬ ਸਮਝ ਨਹੀਂ ਆਇਆ, ਇੱਕ ਰੱਬ ਤਸੱਵੁਰ ਕਰ ਲਿਆ। ਪਰ ਕੁਦਰਤ ਦਾ ਜਿਹੜਾ ਖਰਾ ਸੱਚਾ ਨਿਯਮ ਸਾਰੀ ਦੁਨੀਆ ਤੇ ਚੱਲ ਰਿਹਾ, ਉਸ ਨੂੰ ਰੋਜ਼ ਪੜ੍ਹਦਿਆਂ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਐਟ ਪ੍ਰੈਜ਼ੈਂਟ ਐਵਰੀਵੇਅਰ ਹਰ ਵੇਲੇ वाच्य। वाच्य का मतलब क्या होता है भाई, अंदर से तुम जैसा सोच रहे हो ना, जैसा सोच रहे हो ना, उसको कोई नहीं देख रहा, किसी को नहीं पता लगा, लेकिन अंदर तेरे कैमरा लगा हुआ है, अंदर तेरे त्रकड़ी बैलेंस लगी हुई है। जैसा तू सोचता है, जे तू मंदे ख्याल सोचता है, तू नैगेटिव थॉट्स दे नाल इंडल्ज होता है, तो तू अपसैट होएगा, तो तू दुखी होएगा, तो तेरी त्यूड़ी मत्था कुटिया जाएगा, तो तेरिया अखां दी देखण दी दृष्टि बदल जाएगी, तो तेरे सारे आस्ता आस्ता अंग ने ना सौ जाणगे, क्योंकि तू बेहोश हो गया है। नैनो नींद पर दृष्ट विकार, नैनो नींद पर दृष्ट विकार, श्रवण सोए सुन निंद विचार, रसना सोई लोभ मीठे सार, मन सोया माया बिस्मार, मन सोया माया बिस्मार। किस ग्रह में कोई जागत रहे, कोई जागत रहे, साबत वस्तु वो अपनी रहे। ਇਹਦਾ ਮਤਲਬ ਅਸੀਂ ਜਾਗ ਨਹੀਂ ਰਹੇ, ਅਸੀਂ ਅਚੇਤ ਹਾਂ, ਅਸੀਂ ਸੁਰਤ ਕਰਕੇ ਬੇਹੋਸ਼ ਹਾਂ। ਨਰ ਅਚੇਤ ਹਾਂ, ਜੇ ਅਚੇਤ ਹਾਂ ਬੇਹੋਸ਼ ਹਾਂ, ਤਾਂ ਇਹ ਗੁਰਮਤ ਨੇ ਮੇਰੀ ਨਬਜ਼ ਪਕੜ ਕੇ ਸਮਝ ਲਿਆ, ਭੁਪਿੰਦਰ ਸਿੰਘ ਜੀ ਤੁਸੀਂ ਜੇ ਅਚੇਤ ਹੋ ਬੇਹੋਸ਼ ਹੋ, ਤੁਹਾਡੀ ਸੁਰਤ ਗਾਇਬ ਹੈ, ਤਾਂ ਇੱਥੇ ਨਬਜ਼ ਚੱਲ ਰਹੀ ਹੈ, ਆਕਸੀਜਨ ਪੂਰੀ 90 ਪਲੱਸ ਹੈ, 96 ਕਿੰਨੀ ਕਿੰਨੀ ਕੋਵਿਡ ਵਿੱਚ ਕਹਿੰਦੇ ਸੀ ਘਟੇ 95 ਤੱਕ ਹੋਣੀ 95 ਤੋਂ ਉੱਪਰ ਹੈ ਤੁਹਾਡੀ ਆਕਸੀਜਨ ਵੀ, ਨਬਜ਼ ਵੀ ਚੱਲ ਰਹੀ ਹੈ, ਪਰ ਸੁਰਤ ਕਰਕੇ ਤੁਸੀਂ ਗਾਇਬ ਹੋ, ਤਾਂ ਇਹਦਾ ਮਤਲਬ ਨਿਸ਼ਾਨੀ ਪਤਾ ਕੀ ਹੈ, ਤੁਹਾਡੇ ਅੰਦਰ ਕੋਵਿਡ ਦੇ ਬਦਲੇ ਨੈਗੇਟਿਵ ਥਾਟਸ ਦਾ, ਮੰਦੇ ਖਿਆਲਾਂ ਦਾ ਵਾਇਰਸ ਵੜ ਚੁੱਕਾ ਹੋਇਆ ਹੈ। ਨਬਜ਼ ਚੱਲ ਰਹੀ ਹੈ, ਟੈਂਪਰੇਚਰ ਵੀ ਠੀਕ ਹੈ, ਖੰਘ ਵੀ ਨਹੀਂ ਆ ਰਹੀ, ਬਲਗਮ ਵੀ ਨਹੀਂ ਆ ਰਹੀ। बट भुपिंदर सिंह जी, यू आर एबसेंट, यू आर डेड। सुरत करके तुसी मरे हुए हो, सुरत करके तुसी सुत्ते हुए हो, क्योंकि तुहाडा मन मर गया है, क्योंकि तुहाडा मन सुत्ता होया है, तुहाडा मन सुरत करके एबसेंट है। असीं इस नूं समझण वास्ते बनाया सी, ए मेरे हाथ नूं समझ लो, ए सारा मेरा घर है, ਇਹ ਮੇਰੇ ਅੰਦਰ ਦਾ ਸਾਰਾ ਘਰ ਹੈ, ਇਸ ਘਰ ਦਾ ਮਾਲਕ ਸਾਈਂ ਸਾਹਿਬ ਚੌਧਰੀ ਰਾਜਾ ਮੇਰਾ ਅੰਗੂਠਾ ਮਨ ਹੈ। ਇਹ ਮਨ ਦੀ ਜਿਸ ਪਾਸੇ ਸੁਰਤ ਹੋਏਗੀ ਨਾ, ਵੈਸੀ ਇਹਦੀ ਮੱਤ ਬਣੇਗੀ, ਅਤੇ ਵੈਸੀ ਇਹਦੀ ਬੁੱਧੀ ਬਣੇਗੀ, ਅਤੇ ਵੈਸੀ ਇਹਦੀ ਅੰਦਰ ਦੀ ਜਿਹੜੀ ਅਕਲ ਸੁਰਤ ਮਤ ਮੁੱਧ ਬਣ ਕੇ ਜਿਹੜੀ ਬਣੇਗੀ ਨਾ, ਉਹਨੂੰ ਕਾਮਣ ਕਹਿੰਦੇ ਨੇ, ਘਰ ਕੀ ਨਾਰ ਕਹਿੰਦੇ ਨੇ। हर इंसान की, इस्तरी की भी मर्द की भी, छोटा वड्डा जो मर्जी होए, हर किसी के अंदर जी इत्थे मत होंदी है ना, उन्होंने घर की नार कहते हैं, उन्होंने मत कहते हैं। वो भैड़ी बन गई है तेरी, वो अंदर वायरस चला गया है। क्यों? क्योंकि तू ध्यान नहीं किया। क्यों? क्योंकि तू सुता होया। ਜਦੋਂ ਧਿਆਨ ਨਹੀਂ ਕੀਤਾ ਸਾਧ ਸੰਗਤ ਜੀ, ਮੈਂ ਬਹੁਤ ਸਿੰਪਲ, ਬਹੁਤ ਬਾਰੀਕੀ ਦੇ ਨਾਲ, ਬਹੁਤ ਕਾਮਨ ਮੈਨ ਦੀ ਲੈਂਗੁਏਜ ਵਿੱਚ ਇਹ ਕੋਸ਼ਿਸ਼ ਕਰ ਰਿਹਾ, ਜਦੋਂ ਅਸੀਂ ਅਚੇਤ ਹਾਂ, ਜਦੋਂ ਅਸੀਂ ਸੁਰਤ ਕਰਕੇ ਐਬਸੈਂਟ ਹਾਂ, ਤਾਂ ਨਿਸ਼ਾਨੀ ਪਤਾ ਕੀ ਲੱਭੀ
ਭੁਪਿੰਦਰ ਸਿੰਘ ਜੀ ਤੁਸੀਂ ਨੈਗੇਟਿਵ ਸੋਚਦੇ ਹੋ। ਭੁਪਿੰਦਰ ਸਿੰਘ ਜੀ ਤੁਸੀਂ ਈਰਖਾ ਕਰਦੇ ਹੋ। ਭੁਪਿੰਦਰ ਸਿੰਘ ਜੀ ਤੁਸੀਂ ਵਿਤਕਰਾ ਕਰਦੇ ਹੋ। ਭੁਪਿੰਦਰ ਸਿੰਘ ਜੀ ਤੁਹਾਡੇ ਨਬਜ਼ ਪਕੜ ਕੇ ਪਤਾ ਚੱਲ ਰਿਹਾ ਹੈ ਕਿ ਤੁਸੀਂ ਤੇਰ ਮੇਰ ਕਰਦੇ ਹੋ, ਤੁਸੀਂ ਬੈਰੀ ਬਿਗਾਨਾ ਕਰਦੇ ਹੋ, ਤੁਸੀਂ ਕੁੜਿਆਰ ਹੋ। ਭੁਪਿੰਦਰ ਸਿੰਘ ਨੂੰ ਕਹਿ ਰਹੇ ਨੇ। ਕੌਣ? ਡਾਕਟਰ ਮੇਰਾ ਵੈਦ ਗੁਰੂ ਗੋਬਿੰਦ ਦਾ। ਮੈਂ ਉਹਦੇ ਕੋਲ ਗਿਆ, ਉਹਨੇ ਮੇਰੀ ਨਬਜ਼ ਪਕੜ ਲਈ, ਗੁਰੂ ਨੇ ਪਕੜ ਲਈ। ਇਹਦਾ ਮਤਲਬ ਗੁਰੂ ਪਕੜ ਕੇ ਮੈਨੂੰ ਡਾਇਗਨੋਜ਼ ਕਰਦਾ ਹੈ। ਜੇ ਮੈਂ ਡਾਇਗਨੋਜ਼ ਕਰਾਉਣਾ ਹੀ ਨਹੀਂ ਚਾਹੁੰਦਾ, ਮੈਂ ਆਵਾਂਗਾ, ਮੱਥਾ ਟੇਕ ਕੇ ਚਲਾ ਜਾਵਾਂਗਾ, ਰੁਮਾਲਾ ਚੜਾ ਕੇ ਚਲਾ ਜਾਵਾਂਗਾ, ਪੈਸੇ ਮੱਥਾ ਟੇਕ ਦਿਆਂਗਾ, ਸਭ ਕੁਝ ਕਰਾ ਲਾਂਗਾ, ਦੁਨੀਆ ਪੜਦਾ ਸਭ ਕੁਝ ਕਰ ਲਾਂਗਾ, ਪਰ ਮੈਂ ਨਬਜ਼ ਹੀ ਨਹੀਂ ਫੜਾਵਾਂਗਾ। ਮੈਂ ਪੱਲੇ ਟੰਡੇ ਲਾਗੀ ਕਰਾਂਗਾ ਹੀ ਨਹੀਂ। ਮੈਨੂੰ ਹੱਬੇ ਸਾਕ ਉਡਾਵੇ ਡਿੱਠੇ ਦੇ ਬਦਲੇ ਸਾਰੇ ਸਾਕ ਪਸੰਦ ਆਵੇ। ਮੰਦੇ ਖਿਆਲ ਸਾਕ ਹੁੰਦੇ ਨੇ, ਸੰਬੰਧੀ ਹੁੰਦੇ ਨੇ, ਉਹ ਮੈਨੂੰ ਪਸੰਦ ਆਏ ਨੇ, ਮੈਂ ਉਹਨਾਂ ਨੂੰ ਪੱਲੇ ਬੰਨਿਆ ਹੋਇਆ। ਤੁਹਾਡੇ ਪੱਲੇ ਮੈਂ ਨਹੀਂ ਲੱਗਣਾ। ਤੁਸੀਂ ਨਬਜ਼ ਪਕੜ ਲੋਗੇ ਮੇਰੀ, ਇੱਕਦਮ ਪਤਾ ਲੱਗ ਜਾਏਗਾ। ਈਰਖਾ ਕਰਨਾ ਅੰਦਰੋਂ, ਸਾੜਾ ਕਰਦਾ ਅੰਦਰੋਂ, ਨੈਗੇਟਿਵ ਥਾਟਸ ਰੱਖਦਾ, ਤੇਰਾ ਐਟੀਟਿਊਡ ਨੈਗੇਟਿਵ ਹੈ। सीधा छोड़ पूठा बंद ना करना है। अमृत कौड़ा बिख्या मिठी साकत की बिद नैनो डिठी साकत की बिद दे नाल जींदा है, मंदे ख्यालां नाल जीना है। अमृत कौड़ा बिख्या मिठी, जहर तैनूं चंगा लगदा है, जहर खाओ तो उसी वेले मर जांदे ने। आत सुंदर कुलीन चतर मुख ज्ञानी धनवंत, मृतक कहिए नानका जे प्रीत नहीं भगवंत, मारते तू उसी वेले गया। गल्लां गल्लां नाल ते कुछ नहीं हुंदा, गल्लां उपर तपावस ना होई, विष खाधी तत्काल मर जाए, उसी वेले मर जाते। हाँ, ਇਹਦਾ ਮਤਲਬ ਹੁਣ ਅਸੀਂ ਆਪਣੇ ਬਾਰੇ ਸਮਝ ਰਹੇ ਹਾਂ। ਅਸੀਂ ਇੱਥੇ ਕੋਈ ਗੁਰੂ ਜੀ ਨੂੰ ਮਨਾਉਣ ਨਹੀਂ ਆਇਆ, ਅਸੀਂ ਕੋਈ ਇੱਥੇ ਰੱਬ ਜੀ ਨੂੰ ਖੁਸ਼ ਕਰਨ ਨਹੀਂ ਆਇਆ, ਅਸੀਂ ਆਪਣੇ ਵਾਸਤੇ ਸਮਝਣ ਆਏ ਹਾਂ। ਅਸੀਂ ਆਪਣੀ ਪੜਚੋਲ, ਆਪਣੀ ਇੰਟਰੋਸਪੈਕਸ਼ਨ ਕਰਨ ਵਾਸਤੇ ਆਏ ਹਾਂ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ। ਅਸੀਂ ਗੁਰੂ ਸਾਹਿਬ ਤੁਹਾਡੇ ਕੋਲ ਆਏ ਹਾਂ, ਮੈਨੂੰ ਨਾ ਮੇਰੀ ਗਿਰਵਾਨ ਵਿੱਚ ਝਾਕਣ ਦੀ ਅਕਲ ਦਿਓ। ਕਾਈਂਡਲੀ ਗਿਵ ਮੀ ਥਰਡ ਆਈ, ਜਿਸ ਅੱਖ ਦੇ ਨਾਲ ਮੈਂ ਆਪਣਾ ਅਵਗੁਣ ਲੱਭ ਸਕਾਂ। ਅਸੀਂ ਦੂਜਿਆਂ ਦੇ ਅਵਗੁਣ ਲੱਭਦੇ ਰਹਿ ਗਏ, ਦੂਜਿਆਂ ਦੇ ਅਵਗੁਣ ਲੱਭਦੇ ਹਾਂ ਨਾ ਆਲਵੇਜ਼। ਸਾਨੂੰ ਦੂਜੇ ਹੀ ਡਿੰਗੇ ਟੇਡੇ ਟੁੱਟਦੇ ਨਜ਼ਰ ਆਉਂਦੇ ਨੇ। ਮੇਰਾ ਕੀ ਬਣਿਆ ਉਹ ਪਤਾ ਹੀ ਨਹੀਂ ਲੱਗਦਾ। ਮੈਂ ਤਾਂ ਸਿੱਧਾ ਹੀ ਹਾਂ, ਮੈਂ ਤਾਂ ਸ਼ਰੀਫ ਆਦਮੀ ਹਾਂ, ਮੈਂ ਤਾਂ ਬਹੁਤ ਸਫੇਦ ਪੋਸ਼ ਹਾਂ। ਹਰ ਕਿਸੇ ਨੂੰ ਇਹੀ ਭੁਲੇਖਾ ਹੈ ਨਾ। ਭਾਵੇਂ ਅਸੀਂ ਸਟੇਜ 'ਤੇ ਬੋਲਦੇ ਹਾਂ, ਸਾਨੂੰ ਵੀ ਇਹੀ ਭੁਲੇਖਾ ਹੁੰਦਾ ਮੈਂ ਤੁਹਾਨੂੰ ਲੈਕਚਰ ਦੇ ਰਿਹਾ, ਮਨ ਤਾਂ ਸਾਰੀ ਸਮਝ ਆਈ ਹੈ। ਨਹੀਂ, ਅਸੀਂ ਵੀ ਸਿੱਖ ਰਹੇ ਹਾਂ। ਸੋ ਕਦੋਂ ਸਾਡੇ ਅੰਦਰ ਵਾਇਰਸ ਵੜਦਾ ਹੈ? ਜਦੋਂ ਅਸੀਂ ਸੁੱਤੇ ਹੋਏ ਹਾਂ। ਠੀਕ ਹੈ, ਸੁੱਤੇ ਹੋਏ ਨੂੰ ਊਂਘ ਆ ਜਾਏ, ਸੁੱਤੇ ਹੋਏ ਨੂੰ ਅੱਖਾਂ 'ਚ ਨੀਂਦਰ ਆ ਜਾਏ, ਇਸ ਤਰ੍ਹਾਂ ਸੌਣ ਲੱਗਾ, ਬਾਰ ਬਾਰ ਅੱਖਾਂ ਬੰਦ ਕਰ ਰਿਹਾ, ਮੈਂ ਗੱਲ ਤੈਨੂੰ ਸੁਣਾ ਰਿਹਾ, ਐਂ ਕਰ ਰਿਹਾ, ਊਂਘ ਰਿਹਾ। ਇਹਨੂੰ ਕੀ ਕਹਿੰਦੇ ਨੇ ਗੁਰਬਾਣੀ 'ਚ? ਕੀ ਕਹਿੰਦੇ ਨੇ? ਜਿਨ੍ਹਾਂ ਨੈਣ ਨੀਂਦਰਾਵਲੇ, ਜਿਨ੍ਹਾਂ ਨੈਣ ਨੀਂਦਰਾਵਲੇ, ਤਿੰਨਾ ਮਿਲਣ ਕੁਆਓ, ਤਿੰਨਾ ਮਿਲਣ ਕੁਆਓ, ਨੈਣ ਨੀਂਦਰਾਵਲੇ, ਨੈਣ ਨੀਂਦਰਾਵਲੇ, ਫਰੀਦਾ ਰਾਤ ਕਥੂਰੀ ਵੰਡੀਏ, ਰਾਤ ਕਥੂਰੀ ਵੰਡੀਏ, ਸੁੱਤਿਆ ਮਿਲੇ ਨਾ ਪਾਓ, ਸੁੱਤਿਆ ਮਿਲੇ ਨਾ ਪਾਓ, ਨੈਣ ਨੀਂਦਰਾਵਲੇ, ਜਿਨ੍ਹਾਂ ਨੈਣ ਨੀਂਦਰਾਵਲੇ, ਜਿਨ੍ਹਾਂ ਨੈਣ ਨੀਂਦਰਾਵਲੇ,
ਸਕਦਾ ਹੈ। ਦੇ ਕੈਨ ਨਾਟ ਹੈਵ ਵਨਨੈਸ ਵਿਦ ਗੋਡ। ਜਿਨ੍ਹਾਂ ਦੇ ਨੈਣ ਨੀਂਦਰਾਵਲੇ ਨੇ, ਜਿਹੜੇ ਸੁੱਤੇ ਹੋਏ ਨੇ, ਜਿਹੜੇ ਇਹਨਾਂ ਅੱਖਾਂ ਕਰਕੇ ਰਾਤੀ 10 ਵਜੇ ਇੰਜ ਬੰਦ ਕਰਕੇ ਸੋ ਗਏ ਸੀ, ਸਵੇਰੇ ਭਾਵੇਂ 3 ਵਜੇ ਉੱਠੇ ਨੇ, 4 ਵਜੇ ਉੱਠੇ ਨੇ, 5 ਵਜੇ ਉੱਠੇ, 6 ਵਜੇ, 7 ਵਜੇ, 8 ਵਜੇ, ਜਦੋਂ ਮਰਜ਼ੀ ਅੱਖਾਂ ਖੋਲ੍ਹ ਵੀ ਲਈਆਂ ਤਾਂ ਵੀ 24 ਘੰਟੇ ਸਾਰੀ ਉਮਰ ਸੁੱਤੇ ਨੇ ਨਾ। ਇਹ ਉਸ ਨੀਂਦਰਾਵਲੇ ਨੈਣਾ ਦੀ ਗੱਲ ਚੱਲ ਰਹੀ ਹੈ। ਉਸ ਜ਼ਿੰਦਗੀ ਨੂੰ ਰਾਤ ਕਹਿੰਦੇ ਨੇ, ਉਸ ਨੂੰ ਕਹਿੰਦੇ ਨੇ ਪਿਛਲ ਰਾਤ, ਉਸ ਨੂੰ ਕਹਿੰਦੇ ਨੇ ਮੇਰੇ ਪੂਰਬ ਜਨਮ, ਉਸ ਨੂੰ ਕਹਿੰਦੇ ਨੇ ਮੇਰਾ ਪੂਰਬਲਾ ਕਰਮ। ਮੈਂ ਪਿਛਲ ਰਾਤ ਵਿੱਚ ਨੀਂਦਰਾਵਲੇ ਨੈਣਾ ਵਾਲਾ ਹਾਂ। ਮੈਨੂੰ ਚੰਗੇ ਗੁਣਾਂ ਵਾਲੇ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਹੋ ਹੀ ਨਹੀਂ ਸਕਦੀ ਹੈ। ਇਹਦਾ ਮਤਲਬ ਸਾਰੀ ਗੱਲ ਹੁਣ ਮੇਰੀ ਚੱਲ ਰਹੀ ਹੈ, ਕਿਉਂਕਿ ਇਹ ਗੱਲਾਂ ਜਦੋਂ ਅਸੀਂ ਰਿਪੀਟ ਕਰਦੇ ਹਾਂ ਤਾਂ ਮੈਨੂੰ ਯਾਦ ਹੈ ਇੱਕ ਕੰਟਰੀ 'ਚ ਮੈਂ ਸੈਮੀਨਾਰ 5 ਘੰਟੇ ਦਾ ਕੀਤਾ ਸੀ, ਮਿੱਠ ਬੋਲਣਾ ਜੀ, ਮਿੱਠਾ ਬੋਲਣਾ ਚਾਹੀਦਾ ਹੈ। ਅਤੇ ਇੱਕ ਬੀਬੀ ਜੀ ਨੇ ਆ ਕੇ ਮੈਨੂੰ ਕਿਹਾ ਤੁਹਾਡਾ 5 ਘੰਟੇ ਸੈਮੀਨਾਰ ਸੁਣਿਆ, ਬਹੁਤ ਅੱਛੇ ਐਗਜ਼ਾਮਪਲ ਦਿੱਤੇ ਮਿੱਠਾ ਬੋਲਣ ਬਾਰੇ, ਪਰ ਮੈਂ ਉੱਧਰ ਹੀ ਦੇਖਦੀ ਰਹੀ, ਕਾਸ਼ ਮੇਰੀ ਸੱਸ ਔਰ ਮੇਰਾ ਪਤੀ ਆ ਜਾਂਦੇ, ਉਹ ਅੱਜ ਸੁਣ ਲੈਂਦੇ। ਮੈਂ ਕਿਹਾ ਤੁਹਾਡੀ ਬਸ 5 ਘੰਟੇ ਮਿਸ ਹੀ ਰਹੀ, ਕਿਉਂਕਿ ਤੁਸੀਂ ਇਹੀ ਸੋਚਦੇ ਰਹੇ ਉਹ ਸੁਣ ਲੈਂਦੇ। ਇਹ ਸਾਧ ਸੰਗਤ ਜੀ ਇਹੀ ਹੈ, ਖੇਡ ਸਮਝਣੀ ਹੈ। ਇਹ ਗੱਲ ਸਮਝਣ ਵਾਸਤੇ ਬਾਣੀ ਸਾਨੂੰ ਸਿਖਾ ਰਹੀ ਹੈ ਜੀਵਨ ਜਾਚ। ਬਾਣੀ ਸਾਨੂੰ ਸਿਖਾ ਰਹੀ ਹੈ ਆਪ ਸਵਾਰੇ ਮੈਂ ਮਿਲੇ। ਮੈਂ ਸੋਚ ਰਿਹਾ ਮੈਂ ਵੋਟੀ ਨੂੰ ਸਵਾਰਨਾ, ਮੈਂ ਪਤੀ ਨੂੰ ਸਵਾਰਨਾ, ਬੱਚੇ ਸਵਾਰਨੇ ਨੇ, ਅਸੀਂ ਲੋਕਾਂ ਨੂੰ ਸਵਾਰਨਾ, ਆਪ ਸਵਾਰੇ। ਦੈਨ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਪਰ ਤੂੰ ਦੁਖੀ ਹੈ, ਤੂੰ ਸਗਲ ਸਿਸ਼ ਕੋ ਰਾਜਾ ਦੁਖੀ ਹੈ ਨਾ। ਮੈਂ ਮੰਨ ਲਿਆ, ਯੈਸ ਆਈ ਐਮ ਦੁਖੀ, ਯੈਸ ਮੈਨੂੰ ਨਫ਼ਰਤ ਈਰਖਾ ਆਦਤ ਹੈ, ਯੈਸ ਆਈ ਕੰਪੇਅਰ, ਯੈਸ ਆਈ ਡੂ ਨਫ਼ਰਤ, ਯੈਸ ਆਈ ਡੂ ਕੰਪੈਰੀਜ਼ਨਸ, ਹੈ ਨਾ, ਕਰਦੇ ਹਾਂ ਨਾ ਕੰਪੇਅਰ, ਦੂਜਿਆਂ ਨਾਲ ਕੰਪੇਅਰ ਕਰਦੇ ਹਾਂ। ਫਲਾਣੇ ਦਾ ਪਤੀ, ਫਲਾਣੇ ਦੀ ਪਤਨੀ, ਫਲਾਣੇ ਦੀ ਨੂੰਹ, ਫਲਾਣੇ ਦਾ ਪੁੱਤਰ, ਫਲਾਣੇ ਦਾ ਬੱਚਾ। ਇਸ ਤਰੀਕੇ ਨਾਲ ਆਪਣੇ ਬੱਚੇ ਨੂੰ ਕਹਿੰਦੇ ਦੇਖ ਉਹਨਾਂ ਦਾ ਬੱਚਾ ਕਿੰਨਾ ਸਿਆਣਾ, ਤੂੰ ਤੇ ਪੜ੍ਹਦਾ ਹੀ ਨਹੀਂ, ਇਹ ਉਹ ਸਭ ਕੁਝ ਕਰਦੇ ਹਾਂ ਨਾ। ਸਾਰੀ ਗੱਲਾਂ ਇਹ ਵਾਲੀਆਂ ਕਰਦੇ ਹਾਂ। ਅਸੀਂ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਾਂ। ਮਾਸਕ ਬੰਨ ਲਿਆ, ਘਰ ਅੰਦਰ ਬਹਿ ਗਏ, ਦੀਵਾਰਾਂ ਬੰਦ ਕਰ ਲਈਆਂ, ਆਕਸੀਜਨ ਲਾ ਲਈ, ਇਹਦੇ ਨਾਲ ਸੁਖੀ ਨਹੀਂ ਹੋਏ, ਕਿਉਂਕਿ ਸਾਨੂੰ ਡਰ ਲੱਗਾ ਹੋਇਆ। ਅਸੀਂ ਪਿੜ ਬੰਨੀ ਹੋਈ ਹੈ 100 ਸਾਲਾਂ ਦੇ ਜੀਣ ਦੀ ਲਾਲਸਾ ਦੀ। ਇਸੀ ਕਰਕੇ ਸਾਨੂੰ ਡਰ ਹੀ ਪੈ ਗਿਆ, ਹਾਏ ਮੈਨੂੰ ਕੋਵਿਡ ਨਾ ਹੋ ਜਾਏ, ਤੈਨੂੰ ਭਾਵੇਂ ਹੋ ਜਾਏ, ਪਾਪਾ ਜੀ ਤੁਹਾਨੂੰ ਭਾਵੇਂ ਹੋ ਜਾਏ, ਹਾਏ ਮੈਂ ਤੁਹਾਡੀ ਡੈਡ ਬੋਡੀ ਨੂੰ ਹੀ ਹੱਥ ਲਾਉਣ, ਤੁਹਾਡੇ ਕਮਰੇ 'ਚ ਨਹੀਂ ਆਉਣਾ। ਮੇਰਾ ਸਾਹਮਣੇ ਬੈਠਾ ਵੀਰ ਅਮਨ, ਇਹ ਕਹਿੰਦਾ ਲੰਡਨ ਤੋਂ कॉल आई, आपका नाम अमन सिंह है, आप लिविंग ट्रेजर में सेवा करते हैं क्या? हाँ। कहता काम की है? कहता दिल्ली अंदर फलानी जगह मेरे पापा जी ਨੂੰ कोविड हो गया, घर मम्मी तो है ही नहीं ने, पर मेरा भरा भरजाई दोवें पापा जी कोल नहीं जा रहे हैं, वो अपने कमरे अंदर छुप के बैठे हुए हैं। मैं लंदन तो ਤੁਹਾਨੂੰ कॉल कर रहा, सुनया कि आप कोरोना वाले को हॉस्पिटल लेके जाते हो, आप कोरोना की डेड बॉडी उठाने जाते हो, जाओगे? इन्हें कहा हाँ जाएंगे। ये गया, ये अंदर वड़ गया, ਉਹਨਾਂ ਦੇ ਭਰਾ ਭਰਜਾਈ ਦੂਜੇ ਕਮਰੇ 'ਚ ਹੀ ਰਹੇ। ਕਿਉਂ? ਹਮ ਤਾਂ 100 ਸਾਲ ਜੀਏਂਗੇ ਨਾ। ਪਾਪਾ ਜੀ ਤੁਸੀਂ ਜਾਓ, ਮੰਮੀ ਜੀ ਤੁਸੀਂ ਜਾਓ, ਅਸੀਂ ਤਾਂ ਤੁਹਾਡੇ ਨੇੜੇ ਹੀ ਨਹੀਂ ਆਉਣਾ, ਹਾਏ ਸਾਨੂੰ ਕੋਵਿਡ ਨਾ ਹੋ ਜਾਏ, ਹੈ ਨਾ। ਸਾਰੀਆਂ ਗੱਲਾਂ ਤੁਸੀਂ ਸਭ ਨੇ ਸੁਣੀਆਂ, ਸਭ ਨੇ ਖਬਰਾਂ ਸੁਣੀਆਂ, ਪਰ ਪੈਦਾ ਕੀ ਹੋਇਆ? ਡਰ। ਨੈਣ ਨਿੰਦਰਾਵਲੇ ਨੇ, ਤੂੰ ਡਰਦਾ ਵੀ ਹੈ ਸਰੀਰਕ ਤਲ 'ਤੇ, ਹਾਏ ਮੈਂ ਮਰ ਨਾ ਜਾਵਾਂ। ਕਿਉਂ? ਕਿਉਂਕਿ ਤੂੰ ਪਟੇ ਲਿਖਾ ਕੇ ਆਇਆ ਕਿ ਅਸੀਂ ਤਾਂ 100 ਸਾਲ ਸੀ ਜੀਣਾ ਹੀ ਹੈ, ਮੈਂ ਇੰਸ਼ੋਰੈਂਸ ਕਰਾਈ ਹੋਈ ਹੈ, ਮੈਂ ਵਾਈਟਮਿਨ ਖਾਂਦਾ ਵਾਂ, ਮੈਂ ਅਨੁਲੋਮ ਵਿਲੋਮ ਕਰਦਾ ਹੀ ਹਾਂ, ਮੈਂ ਸੈਰ ਵੀ ਕਰਦਾ, ਮੈਂ ਸਭ ਕੁਝ ਕਰਦਾ, ਮੈਂ ਤਾਂ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਵੀ ਖਾਂਦਾ ਵਾਂ। ਕਈ ਮੈਨੂੰ ਕਹਿਣ ਕਿ ਵੀ ਤੂੰ ਹੋਰ ਤਾਕਤ ਵਾਲੀਆਂ ਚੀਜ਼ਾਂ, ਮੈਂ ਹੋਰ ਵੀ ਖਾਣਾ, ਪ੍ਰੋਟੀਨ ਵੀ ਬੜੀ ਖਾਂਦਾ ਵਾਂ, ਮੈਂ ਬਹੁਤ ਫਿਟ ਰੱਖਿਆ ਆਪਣੇ, ਮੈਂ 100 ਸਾਲ ਜੀਣਾ ਹੈ। ਪਰ ਮੈਨੂੰ ਕਿਸੇ ਦੀ ਸੇਵਾ ਕਰਨ ਵੇਲੇ ਔਰ ਇਹ ਸਾਰੇ ਕੰਮ ਕਰਨ ਵੇਲੇ ਕੋਵਿਡ ਤੋਂ ਇੰਨਾ ਡਰ ਲੱਗਿਆ, ਮੈਂ ਤਾਂ ਬਿਲਕੁਲ ਆਪਣੇ ਮੰਮੀ ਪਾਪਾ ਦੀ ਸੇਵਾ ਕਰਨ ਨੂੰ ਤਿਆਰ ਨਹੀਂ। ਇਸੀ ਤਰੀਕੇ ਦੇ ਨਾਲ ਸਾਡਾ ਬੱਚਾ ਕਹਿ ਰਿਹਾ ਮੈਨੂੰ ਕੰਮ 'ਤੇ ਜਾਣਾ ਹੈ, ਮੰਮੀ ਜੀ ਆਪ बीमार हो या दादी बीमार है, तुम देखो मेरे को काम पे जाना है। यही है ना? क्यों? क्योंकि हम तो काम करेंगे, हम तो काम के लिए पैदा हुए, हम तो कॉर्पोरेट सेक्टर के लिए पैदा हुए, हम तुम्हारे लिए थोड़ा ना पैदा हुए। अब पढ़ा लिखा के बढ़ा के इतनी मुश्किल से नौकरी मिली, अब हमने काम पे नहीं जाना। टू हैल विद दिस ऑल हाउस चोर्स ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਨਾ ਪਾਓ, ਮੈਂ ਤੇ ਕੰਮ ਤੇ ਜਾਣਾ। ਇੰਜ ਕਰਦੇ ਅਸੀਂ ਸਾਰੇ ਨਾ ਨਿੰਦਰਾਵਲੇ ਨੈਣਾ 'ਚ, ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੁਆਓ। ਹੁਣ ਸਾਡੇ ਵਾਸਤੇ ਨਾ ਇੱਕ ਹੋਰ ਚੈੱਕ ਦਿੱਤਾ ਗੁਰੂ ਸਾਹਿਬ ਨੇ,
ਬਈ ਆਪਣੇ ਆਪ ਨੂੰ ਚੈੱਕ ਕਰ। ਫਰੀਦਾ ਰਾਤ ਕਥੂਰੀ ਵੰਡੀ ਹੈ। ਕਥੂਰੀ ਹੁੰਦਾ ਕਸਤੂਰੀ, ਕਸਤੂਰੀ ਹੁੰਦੀ ਹੈ ਹਿਰਨ ਦੇ ਅੰਦਰ, ਹਿਰਨ ਦੇ ਅੰਦਰ ਕਸਤੂਰੀ ਪ੍ਰਤੀਕ ਹੈ ਧਾਰਮਿਕ ਦੁਨੀਆ ਵਿੱਚ ਕਿ ਖੁਸ਼ਬੂ ਹੁੰਦੀ ਹੈ। ਇਹਦਾ ਮਤਲਬ ਜ਼ਿੰਦਗੀ ਵਿੱਚ ਤੈਨੂੰ ਹਰ ਵੇਲੇ ਜਿੱਥੇ ਜਾਏ ਬਈਏ ਭਲਾ ਕਹੀਏ, ਤੈਨੂੰ ਚੰਗੇ ਚੰਗੇ ਗੁਣਾਂ ਦੀ ਖੁਸ਼ਬੂ ਮਿਲ ਰਹੀ ਹੈ, ਚੰਗੇ ਚੰਗੇ ਗੁਣਾਂ ਦੀ ਅਕਲ ਮਿਲ ਰਹੀ ਹੈ, ਪਰ ਤੂੰ ਚੰਗੇ ਗੁਣਾਂ ਦੀ ਅਕਲ ਲੈਂਦਾ ਨਹੀਂ। ਚੰਗੇ ਗੁਣਾਂ ਦੀ ਅਕਲ ਵਰਤਾਈ ਜਾ ਰਹੀ, ਉਹਨੂੰ ਗੁਰਪ੍ਰਸਾਦ ਕਹਿੰਦੇ ਨੇ, ਤੂੰ ਲੈਂਦਾ ਨਹੀਂ। ਚੰਗੇ ਗੁਣਾਂ ਦੀ ਅਕਲ ਦੇ ਦਿਓ, ਚੰਗੇ ਗੁਣਾਂ ਨੂੰ ਵਰਤੋ ਨਾ, ਉਹਦੇ ਨਾਲ ਖੁਸ਼ਬੂ ਹੁੰਦੀ ਹੈ। ਚੰਗੇ ਗੁਣਾਂ ਨੂੰ ਖੁਸ਼ਬੂ ਕਹਿੰਦੇ ਨੇ। ਫਰੀਦਾ ਰਾਤ ਮਤਲਬ ਜ਼ਿੰਦਗੀ ਰੂਪੀ ਰਾਤ ਵਿੱਚ ਹਰ ਵੇਲੇ ਕਥੂਰੀ ਵੰਡੀ ਜਾ ਰਹੀ ਹੈ, ਤੂੰ ਲੈਂਦਾ ਨਹੀਂ। ਖੁਦ ਦੁਨਿਆਵੀ ਤੌਰ 'ਤੇ ਜਦੋਂ ਅਸੀਂ ਕਿਸੇ ਨੂੰ ਮਿਲਣ ਜਾਂਦੇ ਹਾਂ ਜਾਂ ਬॉयਫ੍ਰੈਂਡ ਗਰਲਫ੍ਰੈਂਡ ਨੂੰ ਮਿਲਣ ਜਾਂਦਾ ਹੈ, ਉਸ ਦਿਨ ਪਰਫਿਊਮ ਲਗਾ ਕੇ ਜਾਂਦੇ ਆ ਨਾ, ਖੁਸ਼ਬੂ ਆਵੇ, ਮਿਲਾਂਗੇ, ਹੈ ਨਾ। ਇਹਦਾ ਮਤਲਬ ਖੁਸ਼ਬੂ ਮਿਲਾਪ ਕਰਾਉਂਦੀ ਹੈ। ਤੇ ਤੇਰੇ ਵਾਸਤੇ ਕਥੂਰੀ ਵੰਡੀ ਜਾ ਰਹੀ ਹੈ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆ ਮਿਲੇ ਨਾ ਪਾਓ। ਤੂੰ ਕਵੇਂ ਸੱਚੇ ਦਿਲ ਵਿਸ਼ਵਾਸ ਭਾਵਨਾ ਦਾ ਬਸ ਭਾਵ ਹੋਣਾ ਚਾਹੀਦਾ, ਇਤਨੀ ਗੱਲ ਨਹੀਂ ਬਣਦੀ। ਤੂੰ ਗੁਣ ਲੈਣੇ ਨੇ, ਗੁਣਾਂ ਦੀ ਖੁਸ਼ਬੂ ਹੋਣੀ ਚਾਹੀਦੀ ਹੈ। ਭਾਵੇਂ ਤੂੰ ਪਤੀ ਬਣ, ਭਾਵੇਂ ਤੂੰ ਨੂੰਹ ਬਣ ਕੇ ਕਿਸੇ ਦੇ ਘਰ ਜਾ ਕੇ ਪਤਨੀ ਬਣ, ਤੇਰੇ ਗੁਣਾਂ ਦੀ ਖੁਸ਼ਬੂ ਹੋਣੀ ਚਾਹੀਦੀ ਹੈ। ਬਾਹਰਲੀ ਪਰਫਿਊਮ ਨਾਲ ਕੁਝ ਨਹੀਂ ਹੋਏਗਾ। ਉਹ ਬਾਹਰਲੀ ਪਰਫਿਊਮ ਦਾ ਡੱਬਾ ਚੁੱਕ ਕੇ ਤੂੰ ਦਾਜ ਵਿੱਚ ਨਾ ਲਿਜਾਈ। ਤੂੰ ਆਪਣੇ ਪਿਤਾ ਜੀ ਨੂੰ ਕਹੀਂ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸੰਵਰੈ ਮੇਰਾ ਕਾਜੋ। ਮੈਨੂੰ ਗਲਿਟਰ ਸਟੱਫ ਨਹੀਂ ਚਾਹੀਦਾ, ਮੈਨੂੰ ਸੁਮਤ ਬਖਸ਼ੋ, ਖੁਸ਼ਬੂ ਮਿਲੇ ਮੇਰੇ ਜੀਵਨ ਵਿੱਚ ਆਏ। ਫਰੀਦਾ ਰਾਤ ਕਥੂਰੀ ਵੰਡੀ ਹੈ, ਖੁਸ਼ਬੂ ਵੰਡੀ ਜਾ ਰਹੀ ਹੈ। ਇਹਦਾ ਮਤਲਬ ਜਦੋਂ ਮੇਰੇ ਨੈਣ ਨਿੰਦਰਾਵਲੇ ਹੋਏ, ਮੈਂ ਸੁੱਤਾ ਹਾਂ, ਮੇਰੇ ਸਾਰੇ ਅੰਗ ਸੁੱਤੇ ਹੋਏ ਨੇ। ਜਦੋਂ ਸਾਰੇ ਅੰਗ ਸੁੱਤੇ ਨੇ ਤਾਂ ਇਹਨੂੰ ਕਹਿੰਦੇ ਨੇ ਪਿਛਲ ਰਾਤ ਨਾ ਜਾਗੇ ਹੋਏ। ਤੂੰ ਜਾਗ ਨਹੀਂ ਰਿਹਾ, ਹੁਣ ਤੱਕ ਦੀ ਬੀਤੀ ਲਾਈਫ ਬਾਰੇ ਕੁਝ ਨਹੀਂ ਸੋਚ ਰਿਹਾ। ਵੇਅਰ आई एम मिस्टेकन, मैं कैसे गलत हूँ, मैं कैसे अपना नेगेटिव एटीट्यूड बनाया, मेरा ਸੁਭਾਅ ਕਿਸ ਤਰ੍ਹਾਂ ਵਿਗੜਿਆ ਹੈ। ਆਪਣੇ ਨੈਗੇਟਿਵ ਐਟੀਟਿਊਡ ਦੇ ਸੁਭਾਅ ਅੰਦਰ ਰਹਿਣ ਨੂੰ ਨਾ ਅਸੀਂ ਕੰਫਰਟ ਜ਼ੋਨ ਸਮਝਦੇ ਹਾਂ। कंफर्ट जोन के अंदर रह के ना फिर असी कहते धर्म कर्म की बात करनी है, भगवान की बात करनी है, तो लो हम धर्म कर्म कर देंगे, माला फेर देंगे, पाठ कर देंगे, सुबह उठ जाएंगे, गुरुद्वारे चले जाएंगे, मंदिर चले जाएंगे, धार्मिक स्थान पर चले जाएंगे, एक टांग पर खड़े हो जाएंगे, चौकड़ी मार लेंगे, आंखें बंद कर लेंगे, जितनी 4 घंटे को हम सारी रात सिमरन कर लेंगे, सब कुछ कर लेंगे। धर्म स्थान पर धार्मिक कर्म कांड घर बैठ के भी कर्म कांड कर लेंगे, सारा पाखंड कर लेंगे, पर मैं चेंज नहीं होना। जे मैं चेंज नहीं होना तो सारा तू करदा क्यों है? क्योंकि तू अपने नैगेटिव थॉट्स दे अपने करैक्टर दे अंदर रह के तू उन्होंने कंफर्ट जोन समझदा है। कंफर्ट जोन वाला दूजियां दे काम नहीं आंदा। कंफर्ट जोन वाला रियल सेंस चैरिटी नहीं कर सकता। कंफर्ट जोन वाला विच दुनिया सेव कमाईए तां दरगाह बैसन पाईए वाला जीवन नहीं जी सकता। सो असी धर्म नूं भी अपना कंफर्ट जोन बनाया होया कि बई धर्म करम बारों बारों असी कर लवांगे ते असी सही मैने विच संवरना बदलना चाहते नहीं हाँ। एक कंट्री विच मैनूं फोन आया सी, सुनिया जी अज अमृत संचार हो रहा। मैं क्या हाँ, बड़ी पुरानी गल है। तो फिर वो अमृत संचार जी उत्थे कंगा मिलेगा? मैं क्या हाँ। किरपान भी मिलेगी? मैं क्या हाँ। तो बाकी सारे पंजो कक्के मिलणगे? मैं क्या हाँ। तो कहते सुनिया कि भी जदों अमृत छको तो फिर वैक्सीन नहीं कर सकते? मैं क्या हाँ जी। कहते नहीं मैं तो वैक्सीन करदी हाँ। सुनिया आईब्रो नहीं कट सकते ने, पर मैं तो करदी हाँ। मैं क्या तुसी छकना है? कहते हाँ। मैं क्या तो फिर कहते पर इन्ने वाला भी नहीं छक लेना कि बई पूरे ही सीधे राह पै जाइए। मतलब असी सुते हाँ, धर्म नूं भी कंफर्ट जोन बना के जी रहे हैं। मेरी हैबिट मैं बिल्कुल नहीं बदलनी है। मेरे नैण निंद्रावले ने। जदों मैं इस अवस्था विच आना, भावें मैं अज 60 साल दा, इनू मेरी जिंदगी का पहला पहर कहते हैं। मेरा ना समा हो गया है, मनु कोई काल नहीं है कि मैं अपना टॉपिक ख़त्म करना है, पर जिंदगी का पिछल पैर
ਅਗਲਾ ਪੈਰ, ਦੂਜਾ ਪੈਰ, ਤੀਜਾ ਪੈਰ, ਚੌਥਾ ਪੈਰ। ਇਹ ਪਹਿਰ ਸਾਨੂੰ ਨਾ ਤਾਂ ਸਮਝ ਆਉਣਗੇ ਜੇ ਅਸੀਂ ਆਪਣੇ 'ਤੇ ਟੁਕਾ ਕੇ ਸਮਝਾਂਗੇ। ਜਦੋਂ ਮੈਂ ਅਚੇਤ ਹਾਂ, ਜਦੋਂ ਮੈਂ ਨਿੰਦਰਾਵਲੇ ਨੈਣਾ ਵਾਲਾ ਹਾਂ, ਇਹ ਮੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਹੈ। ਘੜੀ ਦੇ ਮੁਤਾਬਕ ਰਾਤੀ 12 ਵਜੇ 1 ਵਜੇ ਵਾਲਾ ਨਹੀਂ। ਅੱਛਾ, ਇਹ ਮੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਹੈ ਨਾ। ਦੂਜਾ ਪਹਿਰ ਜਦੋਂ ਸ਼ੁਰੂ ਹੁੰਦਾ ਹੈ ਨਾ, ਤਾਂ ਪਤਾ ਕੀ ਹੁੰਦਾ? ਪਹਿਲੇ ਪਹਿਰ ਦੇ ਕਾਰਨ ਦੂਜਾ ਪਹਿਰ ਪਤਾ ਕੀ ਹੁੰਦਾ? ਡੁਐਲਿਟੀ, ਦੁਬਦਾ। ਦੁਬਦਾ ਡੁਐਲਿਟੀ ਨੂੰ ਕਹਿੰਦੇ ਨੇ। ਡੁਐਲਿਟੀ ਦਾ ਮਤਲਬ ਹੁੰਦਾ ਇੱਧਰ ਜਾਵਾਂ ਅਲਟੀਮੇਟਲੀ ਕਨਫਿਊਜ਼ਡ। ਮੈਂ ਗੱਲ ਆਪਣੀ ਕਰਾਂਗਾ, ਮਰਜ਼ੀ ਆਪਣੀ ਮਨਵਾਵਾਂਗਾ, ਅਤੇ ਜੋ ਮੈਂ ਕਹਿ ਰਿਹਾ ਮੇਰੀ ਮਰਜ਼ੀ ਮੰਨਣੀ ਚਾਹੀਦੀ ਹੈ। ਪਰ ਮੈਂ ਆਪਣੀ ਗੱਲ ਕਰਨ ਤੋਂ ਬਾਅਦ ਤੁਹਾਨੂੰ ਕਹਾਂਗਾ ਪਤਾ ਨਹੀਂ, ਸਮਝ ਨਹੀਂ ਆ ਰਹੀ, ਆਈ ਡੂ ਨਾਟ ਅੰਡਰਸਟੈਂਡ ਵੀ ਮਤਲਬ ਤੁਸੀਂ ਚਾਹੁੰਦੇ ਕੀ ਹੋ। ਅਲਟੀਮੇਟਲੀ ਜੋ ਮੈਂ ਚਾਹੁੰਦਾ, ਜੋ ਮੈਂ ਚਾਹੁੰਦੀ ਹਾਂ ਉਹ ਕਰੋ। ਦੁਬਦਾ ਹੈ, ਡੁਐਲਿਟੀ ਹੈ, ਸਿੱਧਾ ਰਾਹ ਮੈਂ ਅਪਣਾਉਣਾ ਹੈ ਨਹੀਂ ਹੈ। ਜਦੋਂ ਪਹਿਲਾ ਪਹਿਰ ਮੇਰਾ ਵਾਪਰਿਆ ਨਿੰਦਰਾਵਲੇ ਨੈਣਾ ਦਾ, ਤਾਂ ਉਹਦੇ ਕਾਰਨ ਮੇਰੇ ਅੰਦਰ ਕੀ ਆ ਗਈ? ਦੁਬਦਾ, ਡੁਐਲਿਟੀ। ਮਨ ਕੀ ਦੁਬਦਾ ਬਿਨਸ ਜਾਏ ਤਾਂ ਸੁਖੀ ਹੋ ਸਕਦੇ ਹਾਂ, ਪਰ ਮਨ ਕੀ ਦੁਬਦਾ ਹੈ। ਦੁਬਦਾ ਵਿੱਚ ਅਸੀਂ ਡੁਐਲਿਟੀ 'ਚ ਰਹਿੰਦੇ ਹਾਂ। ਇਹ ਸਾਡੀ ਜ਼ਿੰਦਗੀ ਦਾ ਦੂਜਾ ਪਹਿਰ ਹੁੰਦਾ ਹੈ। ਜਿਹੜਾ ਦੂਜਾ ਪਹਿਰ ਹੁੰਦਾ ਹੈ ਨਾ, ਇਸ ਦੂਜੇ ਪਹਿਰ ਦੇ ਕਾਰਨ ਪਤਾ ਹੈ ਸਾਡੇ ਅੰਦਰ ਕੀ ਪ੍ਰੋਬਲਮ ਪੈਦਾ ਹੋ ਜਾਂਦੀ ਹੈ? ਸਾਡੇ ਅੰਦਰ ਲੋਭ ਰੱਤ ਪੈਦਾ ਹੋਣੀ ਸ਼ੁਰੂ ਹੁੰਦੀ ਹੈ। ਲੋਭ ਰੱਤ, ਗਰੀਡ, ਲੱਭ ਤੇ ਲੋਭ। ਲੋਭ ਸਾਡੇ ਕੋਲੋਂ ਕਾਮਨਾ ਕਰਾਏਗਾ, ਜਿਹਨੂੰ ਕਾਮ ਕਹਿੰਦੇ ਨੇ। ਲੋਭ ਸਾਡੇ ਕੋਲੋਂ ਕ੍ਰੋਧ ਕਰਾਏਗਾ। ਲੋਭ ਸਾਰੀ ਗੇਮ ਚਲਾਏਗਾ। ਸੋ ਅੱਜ ਦੇ ਟੌਪਿਕ ਵਿੱਚ ਇੱਕ ਨਵੀਂ ਚੀਜ਼ ਆ ਗਈ ਜਿਹੜੀ ਕਿ ਮੈਂ ਪਹਿਲਾਂ ਸੋਚੀ ਨਹੀਂ ਸੀ, ਲੇਕਿਨ ਇਹ ਮੈਨੂੰ ਪਹਿਰੇ ਜੋ ਬਾਣੀ 'ਚੋਂ ਸਮਝ ਆ ਰਹੇ ਨੇ। ਹੁਣ ਕੱਲ੍ਹ ਅਸੀਂ ਇਹ ਵਾਲੇ ਤੁਹਾਡੇ ਨਾਲ ਪਹਿਰੇ ਵਾਲਾ ਪੂਰਾ ਸ਼ਬਦ ਡਿਸਕਸ ਕਰਾਂਗੇ, ਜਿੱਥੋਂ ਮੈਨੂੰ ਇਹ ਗੱਲ ਸਮਝ ਆਈ। ਪਹਿਲਾ ਮੇਰੇ ਨਿੰਦਰਾਵਲੇ ਨੈਣਾ ਦਾ, ਦੂਜਾ ਮੇਰੇ ਅੰਦਰ ਡੁਐਲਿਟੀ ਦੁਬਦਾ ਆ ਗਈ। ਜਦੋਂ ਵੀ ਮੇਰੇ ਸਾਹਮਣੇ ਕ੍ਰਾਸ ਰੋਡ 'ਤੇ ਆਵੇ, ਠੀਕ ਬਣਨਾ ਕਿ ਗਲਤ ਬਣਨਾ ਹੈ, ਸਹੀ ਬਿਹੇਵ ਕਰਨਾ ਜਾਂ ਗਲਤ ਕਰਨਾ ਹੈ, ਅਤੇ ਮੈਂ ਚੂਜ਼ ਗਲਤ ਨੂੰ ਹੀ ਕਰਦਾ ਹਾਂ। We always choose evil, we always choose vices, we always choose कि मैं मंदे वाला ही कर रहा है। ਜਾਂ ਰੱਜ ਖਾਈਏ ਜਾਂ ਮੂੰਹ ਕੱਜ ਸੋਈਏ। ਜਦੋਂ ਕਹਿ ਦਿਓ ਨਾ ਕਦੀ ਪਤੀ ਜਾਂ ਪਤਨੀ ਨੂੰ, ਕਿਸੇ ਨੂੰ ਕਹਿ ਦਿਓ ਤੂੰ ਬੜਾ ਬੋਲਣੀ ਹੈ, ਅੱਛਾ ਫਿਰ ਜਾਓ ਮੈਂ ਬੋਲਦੀ ਨਹੀਂ। ਜਾਂ ਤਾਂ ਫਿਰ ਬੋਲ ਹੀ ਜਾਣਾ ਹੈ, ਨਹੀਂ ਤਾਂ ਫਿਰ ਬਿਲਕੁਲ ਬੋਲਣਾ ਹੀ ਨਹੀਂ ਹੈ ਨਾ। ਜਾਂ ਰੱਜ ਖਾਈਏ ਜਾਂ ਮੂੰਹ ਕੱਜ ਸੋਈਏ। ਇਸ ਤਰੀਕੇ ਦੇ ਨਾਲ ਅਸੀਂ ਜਦੋਂ ਤੀਜੇ ਪਹਿਰ ਵਿੱਚ ਆਉਂਦੇ ਹਾਂ, ਸਾਡੇ ਅੰਦਰ ਸਭ ਤੋਂ ਬੜਾ ਗਲਤ ਇੱਕ ਵਾਇਰਸ ਵੜ ਜਾਂਦਾ ਹੈ, ਜਿਹਨੂੰ ਲੋਭ ਰੱਤ ਕਹਿੰਦੇ ਨੇ। ਲੋਭ ਰੱਤ ਵਾਲਾ ਲੋਭੀ ਹੁੰਦਾ ਹੈ, ਗਰੀਡੀ ਹੁੰਦਾ ਹੈ। ਲੋਭ ਰੱਤ ਦੇ ਕਾਰਨ ਹੀ ਅਸੀਂ 100 ਸਾਲ ਤੱਕ ਜੀਣਾ ਚਾਹੁੰਦੇ ਹਾਂ। ਲੋਭ ਰੱਤ ਦੇ ਕਾਰਨ ਹੀ ਸਾਨੂੰ ਸਰੀਰਕ ਡਰ ਲੱਗਾ ਹੋਇਆ ਹੈ। ਲੋਭ ਰੱਤ ਦੇ ਕਾਰਨ ਹੀ ਉਹ ਡਰਾਉਣਾ ਚਾਹੁੰਦੇ ਸੀ ਸਾਨੂੰ। ਅਸੀਂ ਸਾਰੇ ਡਰ ਗਏ ਹਾਂ। ਹੁਣ ਇਹ ਵੇਰੀਐਂਟ ਆ ਗਿਆ, ਹੁਣ ਉਹ ਕੋਵਿਡ ਹੋ ਗਿਆ, ਹੁਣ ਉਹ ਕੋਵਿਡ ਹੋ ਗਿਆ, ਹੁਣ ਇਹ ਆ ਗਿਆ, ਹੁਣ ਉਹ ਹੋ ਗਿਆ, ਹੁਣ ਇਹ ਆ ਜਾਏਗਾ, ਹੁਣ ਉਹ ਹੋ ਜਾਏਗਾ, ਹੁਣ ਇੰਝ ਕਰ ਲਓ, ਹੁਣ ਉਂਝ ਕਰ ਲਓ। ਜਿਤਨਾ ਡਰਾਉਣਾ ਸੀ ਉਨੇ ਅਸੀਂ ਪੂਰੀ ਤਰ੍ਹਾਂ ਡਰ ਚੁੱਕੇ ਹੋਏ ਹਾਂ ਸਾਰੇ। ਹੁਣ ਕਿਸੇ ਵੀ ਆਫਿਸ ਅੰਦਰ, ਪਬਲਿਕ ਅੰਦਰ ਕੋਈ ਨਿੱਛ ਮਾਰੇ, ਨੱਕ ਜ਼ੁਕਾਮ ਕਰੇ ਤਾਂ ਉਹਨੂੰ ਇੰਝ ਦੇਖਦੇ ਜਿਸ ਤਰ੍ਹਾਂ ਕੋਈ ਪਤਾ ਨਹੀਂ। ਸਾਰੇ ਅਸੀਂ ਇੰਝ ਕਰ ਰਹੇ ਹਾਂ ਨਾ। ਪਹਿਲਾਂ ਵੀ ਨਿੱਛਾਂ ਆਉਂਦੀਆਂ ਸੀ, ਪਹਿਲਾਂ ਵੀ ਜ਼ੁਕਾਮ ਹੁੰਦੇ ਸਨ, ਪਹਿਲਾਂ ਵੀ ਗਲੇ 'ਚ ਬਲਗਮ ਆ ਜਾਂਦੀ ਸੀ, ਪਹਿਲਾਂ ਵੀ ਖੰਘ ਲੱਗ ਜਾਂਦੀ ਸੀ, ਲੇਕਿਨ ਨਹੀਂ, ਹੁਣ ਸਾਡੇ ਸਭ ਦੀ ਸੋਚਣੀ ਬਦਲ ਗਈ ਹੈ। ਨਾਓ ਵੀ ਆਲ ਆਰ ਸਕੇਅਰਡ। ਲੋਭ ਰੱਤ ਸਾਡੇ ਅੰਦਰ ਵੜ ਗਈ ਹੈ। ਤਾਂ ਜਿਨ੍ਹਾਂ ਦੇ ਅੰਦਰ ਲੋਭ ਰੱਤ ਵੜ ਜਾਂਦੀ ਹੈ ਨਾ, ਉਹਨਾਂ ਦਾ ਚੌਥਾ ਪੈਰ ਪਤਾ ਕੀ ਹੋ ਜਾਂਦਾ? ਸਾਰੀ ਜ਼ਿੰਦਗੀ ਊਂਘ ਰਹਿੰਦੀ ਹੈ, ਸਾਰੀ ਉਮਰ ਨੀਂਦਰ ਵਿੱਚ ਰਹਿੰਦੇ ਨੇ। ਉਹ ਜਦੋਂ ਨੀਂਦਰ ਵਿੱਚ ਰਹਿੰਦੇ ਨੇ, ਉਹਨਾਂ ਨੂੰ ਨੈਨੋ ਨੀਂਦ ਪ੍ਰਦ੍ਰਿਸ਼ ਵਿਕਾਰ ਕਹਿੰਦੇ ਨੇ। ਉਸ ਅਵਸਥਾ 'ਚ ਕਹਿੰਦੇ ਨੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਮੈਂ ਸਮਝੀ ਨਹੀਂ। ਸੋ ਅਸੀਂ ਜ਼ਿੰਦਗੀ ਭਰ ਸੌਂਦੇ ਰਹਿੰਦੇ ਹਾਂ। ਉਹਨੂੰ ਪਿਛਲ ਰਾਤ ਕਹਿੰਦੇ ਨੇ। ਜੇ ਅਵੇਅਰਨੈਸ ਆ ਜਾਏ ਉਹਨੂੰ ਅਵੇਕਨਿੰਗ ਕਹਿੰਦੇ ਨੇ। ਜੇ ਜਾਗ ਪਈਏ ਉਹਨੂੰ ਸਵੇਰ ਕਹਿੰਦੇ ਨੇ। ਜੇ ਜਾਗ ਪਈ ਉਹਨੂੰ ਪ੍ਰਭਾਤ ਕਹਿੰਦੇ ਨੇ। ਜੇ ਜਾਗ ਪਈਏ ਜਬ ਜਾਗੋ ਤਬ ਸਵੇਰਾ ਕਹਿੰਦੇ ਨੇ। ना देखने की तरह हमने ज़िंदगी को देखा, जब अंधेरा होने लगा तो ज़िंदगी को देखा, फ़ायदा क्या होया, है ना। सारी उम्र ही बीत गई। उस तो बाद
ਦੇਖਣ ਦਾ ਨਜ਼ਰੀਆ ਹੀ ਸਾਡਾ ਬਦਲਿਆ ਹੋਇਆ ਹੈ। ਸੋ ਹੁਣ ਇਹ ਗੱਲ ਸਾਡੀ ਇੱਥੇ ਤੱਕ ਪਹੁੰਚੀ ਕਿ ਸਰੀਰਕ ਤਲ ਤੇ ਲੈ ਲਈਏ ਨਿੱਕੀ ਜਿਹੀ ਗੱਲ ਕਰਕੇ, ਇਹਨੂੰ ਮੈਂ ਕੱਲ ਰੀਕੈਪ ਕਰਾਂਗਾ। ਮਾਂ ਦੇ ਪੇਟ ਦੇ ਅੰਦਰ ਬੱਚਾ ਹਮੇਸ਼ਾ ਸੁੱਤਾ ਰਹਿੰਦਾ ਆਰਾਮ ਦੇ ਨਾਲ, ਉੱਥੇ ਉਹਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ, ਉੱਥੇ ਕਰਕੇ ਆਕਸੀਜਨ ਮੰਗਣੀ ਨਹੀਂ ਪੈਂਦੀ, ਕੁਛ ਵੀ ਨਹੀਂ ਕਰਨਾ ਪੈਂਦਾ, ਕੋਈ ਹੱਥ ਪੈਰ ਨਹੀਂ ਲਾਣੇ ਪੈਂਦੇ, ਆਪੇ ਭੋਜਨ ਮਿਲਦਾ ਰਹਿੰਦਾ ਹੈ, ਆਪੇ ਆਕਸੀਜਨ ਆਉਂਦੀ ਰਹਿੰਦੀ ਹੈ, ਆਪੇ ਸੈਲਸ ਆਕਸੀਜਨ ਦੇ ਸਾਡੇ ਅੰਦਰ ਭੋਜਨ ਮਿਲਦਾ ਰਹਿੰਦਾ ਹੈ, ਆਪੇ ਸਭ ਕੁਝ ਰਹਿੰਦਾ ਹੈ। ਬੱਚਾ ਉੱਥੇ ਸਹਿਜ 'ਚ ਰਹਿੰਦਾ ਹੈ, ਪਰ ਹਰ ਵੇਲੇ ਸੁੱਤਾ ਰਹਿੰਦਾ ਹੈ। ਅੱਛਾ, ਜਦੋਂ ਬੱਚਾ ਜੰਮ ਕੇ ਬਾਹਰ ਆਇਆ ਤਾਂ ਅਸੀਂ ਕਹਿੰਦੇ ਹਾਂ ਜਿਤਨਾ ਚਿਰ ਜ਼ਿਆਦਾ ਸੁੱਤਾ ਰਹੇ ਉਤਨਾ ਇਹਦੀ ਸਿਹਤ ਵਾਸਤੇ ਚੰਗਾ ਹੈ। ਕਿਉਂ? ਜਿੰਨਾ ਉਹ ਸੌਂਦਾ ਉਹਦੇ ਅੰਗ ਬਣਦੇ ਨੇ, ਉਤਨੇ ਉਹਦੇ ਆਰਗਨਸ ਪਨਪਦੇ ਨੇ, ਸੈਲਸ ਮਲਟੀਪਲਾਈ ਹੁੰਦੇ ਨੇ, ਉਹਦੀ ਸੋਹਣੀ ਸਿਹਤ ਵਾਸਤੇ ਅੱਛਾ ਹੈ ਇਹ ਸੁੱਤਾ ਰਵੇ। ਮੈਡੀਕਲ ਸਾਇੰਸ ਵੀ ਕਹਿੰਦੀ ਹੈ ਇਹ ਸੁੱਤਾ ਰਵੇ। ਜਿੰਨਾ ਸੁੱਤਾ ਰਹਿੰਦਾ, ਜਿਉਂ ਹੀ ਉਹ ਉੱਠਦਾ ਹੈ ਮੰਮੀ ਸਮਝ ਜਾਂਦੇ ਇਹਨੂੰ ਭੁੱਖ ਲੱਗੀ ਹੈ, ਮੰਮੀ ਉਹਨੂੰ ਦੁੱਧ ਪਿਲਾਉਂਦੇ, ਦੁੱਧ ਪੀ ਕੇ ਫਿਰ ਸੌ ਜਾਂਦਾ ਹੈ। ਮੰਮੀ ਖੁਸ਼, ਮੇਰਾ ਬੱਚਾ ਪੇਟ ਭਰਿਆ ਹੋਇਆ ਸੁੱਤਾ ਹੋਇਆ। ਪਰ ਜਿਤਨਾ ਸੌਂਦਾ ਹੈ ਉਹਦੇ ਸਾਰੇ ਆਰਗਨਸ ਬਣਦੇ ਜਾਂਦੇ ਨੇ, ਬਾਹਰਲੇ ਤਨ ਵਾਲੇ। ਠੀਕ ਹੈ। ਇਸ ਤੋਂ ਬਾਅਦ ਜਿਉਂ ਵੱਡਾ ਹੁੰਦਾ ਜਾਂਦਾ ਹੈ ਉਹ 24 ਘੰਟੇ ਦੇ ਬਦਲੇ 22 ਦੇ ਬਦਲੇ 18 ਦੇ ਬਦਲੇ 15 ਦੇ ਬਦਲੇ 12, ਫਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਰੋਜ਼ ਮੈਕਸਿਮਮ 8-10 ਘੰਟੇ ਸੌਂਦੇ ਹਾਂ। ਜਦੋਂ ਅਸੀਂ 8-10 ਘੰਟੇ ਤੱਕ ਸੌਂਦੇ ਹਾਂ ਤਾਂ ਉਹ ਸਾਡੇ ਤਨ ਵਾਸਤੇ ਚੰਗਾ ਹੈ ਕਿ ਮੇਰਾ ਹਾਰਟ ਮੇਰੀ ਬਾਡੀ ਨੂੰ ਰਿਵਾਈਵ ਕਰੇਗਾ, ਰਾਤ ਮੇਰੀ ਠੀਕ ਬੀਤੇਗੀ ਤਾਂ ਮੇਰਾ ਦਿਨ ਠੀਕ ਬੀਤੇਗਾ। ਲੇਕਿਨ ਆਸਤਾ ਇੱਕ ਐਸਾ ਟਾਈਮ ਆਉਂਦਾ ਹੈ ਅਸੀਂ ਸੋ ਭਾਵੇਂ ਨਾ ਸੋਵੋ, ਸਾਡੇ ਅੰਗ ਹੁਣ ਹੋਰ ਨਹੀਂ ਬਣਨੇ ਨੇ। 10 ਬਾਲਤਨ 20 श्रवण 30 का सुंदर कावै 40 पुर होए 85 पग खिसे 60 के बुढ़ेपा आवे। हूँ नाउ पीरियड। अब इसके बाद ना तो तेरी हाइट बढ़नी है ना तेरा कुछ और हो सकता है, बस जो तू बनना सी वो बन गया, सब कुछ हो चुका हूँ इस तो अगे नहीं होएगा। पर इस तो बाद भी जे मैं सुता रहा शरीरक तौर पर अंग तो बनने कोई नहीं, फिर मैं लिथार्जिक हाँ, फिर मैं सुस्त हाँ, फिर मैं वेलड़ हाँ, फिर मैनू खा पी के हसना खाना पीना हसना सोना पसंद है। ये नैन निंद्रावले की निशानी है। आई ऑलवेज लाइक टू स्लीप, है ना। जदों ऑलवेज लाइक टू स्लीप है, सस विचारी सवेरे 5 बजे चाहती है कि मैनू कोई, मैं उठ के बाथरूम तक नहीं जा पा रही, कोई मैनू बाथरूम तक ले जाए, मैं उठ के किचन तक नहीं जा पा रही, कोई मैनू चाह दे दे। पर नू सुत्ती है क्योंकि असी भी तो राती देर ना सुते सी, सुत्ती है। नीयत अंदर सोना है, नीयत दे अंदर की है बई असी तो आराम नाल 8-9 बजे उठना है। नीयत जदों ये नीयत ये सानू इस तरीके नाल करांदी जाती है ना, तां असी सुस्त हाँ, तां असी पता की हो रहा है शरीरक तल ते सुते रहंदे आ, अंगां नूं कुछ फायदा नहीं होंदा, डे बाई डे अपनी लाइफ वेस्ट करते जाते हैं। मन सोया माया बिस्माद, अंग बने कोई नहीं, सारे अंग डिस्टर्ब हो गए। इनू कहते ने पिछल रात ना जागियो है, अंग तेरे बन कोई नहीं रहे, सुता तू रहना ते निंद्रावले नैना नाल तू मर रहा पल पल, तू मरिया होया है। सब किछ जीवत को व्यवहार, तू जींदा ही नहीं है, इस करके तेरा व्यवहार ठीक नहीं है। अज असी इसनू गायकी इत्थे तक करके कल अगे टुरांगे। पिछल रात ना जागे होए फरीदा, पिछल रात ना जागे होए वंदड़ो मोए
ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਤਾਂ ਰੱਬ ਨਾ ਵਿਸਰਿਓ ਪਿਛਲਿਆ इतनी विचार साझ करदे हाँ मैं खीमा दा जाचक हाँ